ਸਾਰੀ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਰਾਜੇ ਦਾ, ਜੋ ਉਸਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਕਿ ਅਸੀਂ ਆਪਣੇ ਵਿਚਾਰ ਸੰਗਤ ਦੇ ਨਾਲ ਸਾਂਝੇ ਕਰ ਸਕਦੇ ਹਾਂ। ਸੋ ਸਾਧ ਸੰਗਤ ਜੀ, ਆਪਾਂ ਗੁਰਬਾਣੀ ਤੇ ਵਿਚਾਰਾਂ ਕਰ ਰਹੇ ਹਾਂ। ਇਹ ਗੁਰਬਾਣੀ ਸਾਡੀ ਰੂਹ ਦੀ ਤ੍ਰਿਪਤੀ ਨਹੀਂ ਕਰਦੀ। ਇਹ ਗੁਰਬਾਣੀ ਜਿਹੜੀ ਆ ਸਾਨੂੰ ਜੀਵਨ ਦੇ ਹਰ ਪਹਿਲੂ ਤੇ ਸੇਧ ਦਿੰਦੀ ਆ ਨਾ, ਸਾਡਾ ਮਾਰਗਦਰਸ਼ਨ ਕਰਦੀ ਆ, ਸਾਡੀ ਅਗਵਾਈ ਕਰਦੀ ਆ। ਸੋ ਆਪਾਂ ਪਿਛਲੀ ਜਿਹੜੀ ਟਾਕ ਸੀ ਉਹਦੇ ਵਿੱਚ ਆਪਾਂ ਵਿਚਾਰਾਂ ਕੀਤੀਆਂ ਸੀ ਕਿ ਗੁਰਬਾਣੀ ਸਾਨੂੰ ਕਿਵੇਂ ਸੇਧ ਦਿੰਦੀ ਆ ਸਾਡੇ ਜੀਵਨ ਦੇ ਵਿੱਚ। ਤੇ ਉਹਦੇ ਵਿੱਚ ਆਪਾਂ ਸਰੀਰਕ ਅਰੋਗਤਾ ਦੀ ਗੱਲ ਕੀਤੀ ਸੀ, ਮਾਨਸਿਕ ਅਰੋਗਤਾ ਦੀ ਗੱਲ ਕੀਤੀ ਸੀ, ਤੇ ਉਸ ਤੋਂ ਇਲਾਵਾ ਆਪਾਂ ਵਿਸ਼ੇ ਵਿਕਾਰ ਤੇ ਬੁਰੀਆਂ ਆਦਤਾਂ ਦਾ ਤਿਆਗ ਇਹਦੀ ਗੱਲ ਕਰ ਰਹੇ ਸੀ। ਤੇ ਉਹਦੇ ਵਿੱਚੋਂ ਆਪਾਂ ਕੁਝ ਨੁਕਤੇ ਜਿਹੜੇ ਸੀ ਪਿਛਲੀ ਜਿਹੜੇ ਸੀ ਸਮੇਂ ਦੇ ਵਿੱਚ ਆਪਾਂ ਸਾਂਝੇ ਕਰ ਚੁੱਕੇ ਹਾਂ। ਤੇ ਉਹ ਨੁਕਤੇ ਮੈਂ ਇੱਕ ਵਾਰੀ ਥੋੜੇ ਜਿਹੇ ਰਿਵਾਈਜ਼ ਕਰ ਦਿੰਨੀ ਆ, ਸਾਰੇ ਡਿਟੇਲ ਚ ਨਹੀਂ, ਸਿਰਫ ਪੁਆਇੰਟ ਦੱਸਾਂਗੀ। ਤੇ ਆਪਾਂ ਉਹਦੇ ਵਿੱਚ ਜਿਹੜੇ ਇਸ ਸਰਲੇਖ ਦੇ ਹੇਠ ਨੁਕਤੇ ਵਿਚਾਰੇ ਸੀ ਬੁਰੀਆਂ ਆਦਤਾਂ ਚ, ਤੇ ਉਹਦੇ ਵਿੱਚ ਸੀ ਕਾਮ ਵਾਸ਼ਨਾ ਤੇ ਕਾਬੂ, ਕ੍ਰੋਧ ਤੋਂ ਪਰਹੇਜ਼, ਝੂਠ ਤੇ ਈਰਖਾ ਦਾ ਤਿਆਗ, ਵੈਰ ਵਿਰੋਧ ਦਾ ਤਿਆਗ, ਨਿੰਦਿਆ ਚੁਗਲੀ ਤੋਂ ਪਰਹੇਜ਼, ਛਲ ਕਪਟ ਦਾ ਤਿਆਗ ਤੇ ਹਉਮੈ ਦਾ ਤਿਆਗ। ਇਹ ਆਪਾਂ 7 ਨੁਕਤੇ ਜਿਹੜੇ ਸੀ ਵਿਸ਼ੇ ਵਿਕਾਰ ਤੇ ਬੁਰੀਆਂ ਆਦਤਾਂ ਦੇ ਵਿੱਚ ਆਪਾਂ ਵਿਚਾਰੇ ਸੀ। ਤੇ ਉਸ ਤੋਂ ਅਗਲੇ ਜਿਹੜੇ ਇਸੇ ਸਰਲੇਖ ਹੇਠ ਕੁਝ ਨੁਕਤੇ ਰਹਿ ਗਏ ਸੀ ਉਸ ਦਿਨ, ਉੱਥੋਂ ਆਪਾਂ ਵਿਚਾਰ ਅੱਜ ਦੀ ਸ਼ੁਰੂ ਕਰਾਂਗੇ ਸਾਧ ਸੰਗਤ ਜੀ। ਤੇ ਗੁਰਬਾਣੀ ਸਾਨੂੰ ਪ੍ਰੇਰਨਾ ਕਰਦੀ ਆ ਕਿ ਆਪਾਂ ਕਿਹੜੇ ਜਿਹੜੇ ਆ ਵਿਸ਼ੇ ਵਿਕਾਰ ਬੁਰੀਆਂ ਆਦਤਾਂ ਕਿਹੜੀਆਂ ਛੱਡਣੀਆਂ। ਸੁਚੱਜੀ ਜੀਵਨ ਜਾਚ ਦੇ ਲਈ ਸਾਨੂੰ ਇਹਨਾਂ ਨੂੰ ਛੱਡਣ ਦੀ ਬਹੁਤ ਲੋੜ ਆ। ਤੇ ਉਹਦੇ ਵਿੱਚ ਪਹਿਲਾ ਨੁਕਤਾ ਅੱਜ ਹੈ ਹੋਛਾਪਣ ਤੇ ਚੰਚਲਤਾ ਦਾ ਤਿਆਗ। ਸਾਧ ਸੰਗਤ ਜੀ, ਸਾਨੂੰ ਗੁਰੂ ਸਾਹਿਬ ਦਾ ਫਰਮਾਨ ਯਾਦ ਰੱਖਣਾ ਚਾਹੀਦਾ, ਹੋਛੀ ਮਤ ਭਇਆ ਮਨ ਹੋਛਾ, ਗੁੜਸਾ ਮੱਖੀ ਖਾਇਆ। ਸੋ ਗੁਰੂ ਸਾਹਿਬ ਕਹਿੰਦੇ ਆ ਕਿ ਜਿਸ ਤਰ੍ਹਾਂ ਜਿਹੜੀ ਸਾਡੀ ਅਸੀਂ ਮਾਇਆ ਦੇ ਵਿੱਚ ਇੰਨੇ ਖੱਚਤ ਹੋ ਜਾਂਦੇ ਆ, ਉਹ ਸਾਡੀ ਹਾਲਤ ਉਸ ਮੱਖੀ ਵਾਂਗ ਆ ਜਿਹੜੀ ਮੱਖੀ ਗਰਮ ਗਰਮ ਗੁੜ ਖਾਣ ਆਉਂਦੀ ਆ ਤੇ ਉਹਨੂੰ ਮਿੱਠਾ ਸਮਝ ਕੇ ਖਾਣ ਆਉਂਦੀ ਆ ਤਾਂ ਉਹਦੇ ਨਾਲ ਹੀ ਚਿਪਕ ਕੇ ਮਰ ਜਾਂਦੀ ਆ। ਸੋ ਅਸੀਂ ਵੀ ਇਸ ਮੋਹ ਮਾਇਆ ਦੇ ਵਿੱਚ ਇੰਨੇ ਖੁੱਭ ਜਾਂਦੇ ਆ ਕਿ ਅਸੀਂ ਉਹਦੇ ਵਿੱਚ ਹੀ ਗਲਤਾਨ ਹੋ ਜਾਂਦੇ ਤੇ ਹੋਰ ਸਭ ਕੁਝ ਭੁੱਲ ਜਾਂਦੇ ਆ ਕਿ ਸਾਨੂੰ ਅਸੀਂ ਕਿਸ ਮਨੁੱਖਾ ਜਨਮ ਸਾਨੂੰ ਕਿਸ ਲਈ ਮਿਲਿਆ ਤੇ ਅਸੀਂ ਕੀ ਕਰਨ ਇੱਥੇ ਆਏ ਹਾਂ। ਤੇ ਉਸ ਤੋਂ ਬਾਅਦ ਇੱਕ ਹੋਰ ਗੁਰੂ ਸਾਹਿਬ ਦਾ ਫਰਮਾਨ ਹੈ, ਚੰਚਲ ਚੀਤ ਨਾ ਪਾਵੇ ਪਾਰਾ। ਚੰਚਲ ਚੀਤ, ਚੰਚਲ ਮਨ ਉਹ ਹੁੰਦਾ ਜਿਹੜਾ ਕਦੇ ਇੱਧਰ ਭਟਕਦਾ ਕਦੇ ਉੱਧਰ ਭਟਕਦਾ, ਕਈ ਪਾਸੇ ਭੱਜਦਾ ਰਹਿੰਦਾ। ਮੰਨ ਲਓ ਇੱਕ ਪਾਸੇ ਨਾਚ ਗਾਣੇ ਚੱਲ ਰਹੇ ਆ ਤੇ ਉਧਰ ਕੋਈ ਕਲੱਬ 'ਚ ਡਾਂਸ ਹੋ ਰਿਹਾ ਤੇ ਸਾਡਾ ਮਨ ਕਰਦਾ ਚੱਲ ਮਨਾ ਰੰਗ ਰਲੀਆਂ ਮਾਣੀਏ, ਇਹ ਜੱਗ ਮਿੱਠਾ ਅਗਲਾ ਕਹਿੰਦੇ ਨਿੱਠਾ, ਹਨਾ। ਤੇ ਬਹੁਤੇ ਲੋਕ ਜਿਹੜੇ ਆ, ਸਾਡਾ ਮਨ ਜਿਹੜਾ ਆ ਉਹ ਸਾਧ ਸੰਗਤ ਜੀ ਉਚਾਈਆਂ ਵੱਲ ਲਿਜਾਣ ਲਈ ਸਾਨੂੰ ਯਤਨ ਕਰਨੇ ਪੈਂਦੇ ਆ, ਨੀਵੇਂ ਪਾਸੇ ਤਾਂ ਆਪੇ ਚਲਾ ਜਾਂਦਾ। ਤੇ ਸਾਡਾ ਮਨ ਬਾਰ-ਬਾਰ ਕਹਿੰਦਾ ਚੱਲ ਆਪਾਂ ਨਾਚ ਗਾਣੇ ਸੁਣਦੇ, ਗੁਰਦੁਆਰੇ ਤਾਂ ਰੋਜ਼ ਹੀ ਜਾਈਦਾ। ਪਰ ਜੇ ਅਸੀਂ 1 ਮਿੰਟ ਥੋੜਾ ਜਿਹਾ ਮਨ ਨੂੰ ਚੁੱਪ ਕਰਾ ਕੇ ਆਪਣੇ ਆਤਮਾ ਦੀ ਆਵਾਜ਼ ਸੁਣੀਏ ਤਾਂ ਸਾਡੀ ਆਤਮਾ ਸਾਨੂੰ ਕਹੂਗੀ ਨਹੀਂ, ਗੁਰਦੁਆਰੇ ਕਥਾ ਕੀਰਤਨ ਹੋ ਰਿਹਾ ਤੇ ਉੱਥੇ ਜਿੰਨਾ ਵਧੀਆ ਪ੍ਰੋਗਰਾਮ ਆ ਤੇ ਸਾਨੂੰ ਉੱਥੇ ਜਾਣਾ ਚਾਹੀਦਾ। ਸੋ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਚੰਚਲ ਮਨ ਆ, ਜੇ ਤੁਸੀਂ ਇਹਨੂੰ ਇੱਕ ਵਾਰੀ ਮਾੜੇ ਪਾਸੇ ਤੋਰ ਲਿਆ ਨਾ ਤੇ ਉਹਦਾ ਕੋਈ ਅੰਤਲਾ ਬੰਨਾ ਨਹੀਂ, ਕੋਈ ਉਹਦਾ ਪਾਰ ਦਾ ਬੰਨਾ ਨਹੀਂ, ਉਹ ਮਨ ਨੇ ਭਟਕਦਾ ਹੀ ਰਹਿਣਾ, ਫਿਰ ਉਸੇ ਪਾਸੇ ਵੱਲ ਹੀ ਬਾਰ-ਬਾਰ ਤੁਰਨਾ, ਕਿਉਂਕਿ ਸੰਗਤ ਦਾ ਅਸਰ ਮਨ ਤੇ ਹੋ ਜਾਣਾ ਤੇ ਫਿਰ ਮਨ ਉਸੇ ਪਾਸੇ ਵੱਲ ਹੀ ਤੁਰ ਪੈਣਾ। ਸੋ ਗੁਰੂ ਸਾਹਿਬ ਨੇ ਸਾਨੂੰ ਚੰਚਲ ਮਨ ਨੂੰ ਰੋਕਣ ਲਈ ਵੀ ਇਹ ਜਿਹੜਾ ਹਦਾਇਤ ਕੀਤੀ ਆ, ਤੇ ਦੂਸਰਾ ਮਾਇਆ ਨੂੰ ਦਾਸੀ ਬਣਾਉਣਾ, ਸੀ ਮਾਇਆ ਦੇ ਗੁਲਾਮ ਨਹੀਂ ਬਣਨਾ। ਤੇ ਇਹ ਗੁਰੂ ਸਾਹਿਬ ਦੇ ਫਰਮਾਨ ਆ ਉਛਾਪਣ ਤੇ ਚੰਚਲਤਾ ਦਾ ਤਿਆਗ ਲਈ। ਤੇ ਅਗਲਾ ਪੁਆਇੰਟ ਹੈਗਾ ਚੋਰੀ ਠੱਗੀ ਤੋਂ ਬਚਣਾ। ਤੇ ਗੁਰੂ ਸਾਹਿਬ ਨੇ ਸਾਨੂੰ ਚੋਰੀ ਠੱਗੀ ਤੋਂ ਬਚਣ ਦੀ ਵੀ ਹਦਾਇਤ ਕੀਤੀ ਆ। ਗੁਰੂ ਸਾਹਿਬ ਦਾ ਫਰਮਾਨ ਹੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਤੇ ਗੁਰੂ ਸਾਹਿਬ ਕਹਿੰਦੇ ਕਿ ਚੋਰ ਦੀ ਕੋਈ ਵੀ ਗਵਾਹੀ ਨਹੀਂ ਦਿੰਦਾ, ਤੇ ਚਾਹੇ ਚੋਰ ਕਿੰਨੀਆਂ ਆਪਣੀਆਂ ਸਫਾਈਆਂ ਦੇਵੇ, ਜਦੋਂ ਉਹ ਚੋਰੀ ਕਰ ਲੈਂਦਾ ਤੇ ਕੋਈ ਵੀ ਉਹਨੂੰ ਚੰਗਾ ਨਹੀਂ ਸਮਝਦਾ। ਤੇ ਚਾਹੇ ਉਹ ਖੁਸ਼ਾਮ ਦਾ ਕਰੇ, ਚਾਹੇ ਸਫਾਈਆਂ ਦੇਵੇ ਕਿ ਮੈਂ ਤਾਂ ਮਜਬੂਰੀ 'ਚ ਚੋਰੀ ਕੀਤੀ ਆ, ਤੇ ਪਰ ਉਹਨੇ ਫਿਰ ਵੀ ਚੋਰ ਹੀ ਰਹਿਣਾ। ਤੇ ਇੱਕ ਹੋਰ ਗੁਰੂ ਸਾਹਿਬ ਦਾ ਫਰਮਾਨ ਹੈ, ਜੇ ਮੋਹਾਕਾ ਘਰ ਮੋਹੇ, ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ। ਤੇ ਮੁਹਾਕਾ ਹੁੰਦਾ ਠੱਗ ਜਾਂ ਚੋਰ, ਘਰ ਮੋਹੇ ਦਾ ਮਤਲਬ ਆ ਕਿ ਪਰਾਏ ਘਰ ਨੂੰ ਠੱਗ ਕੇ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਕੋਈ ਚੋਰ
ਪਰਾਏ ਘਰ ਨੂੰ ਠੱਗ ਕੇ ਤੇ ਉਹ ਜਿਹੜਾ ਚੋਰੀ ਦਾ ਮਾਲ ਕਮਾਇਆ ਉਹਦੇ ਵਿੱਚੋਂ ਆਪਣੇ ਪਿਤਰਾਂ ਦੇ ਨਿਮਿਤ ਕੋਈ ਦਾਨ ਕਰ ਦੇਵੇ, ਹੈਨਾ, ਤੇ ਵੀ ਚਲੋ ਮੇਰੇ ਪਿਤਰਾਂ ਨੂੰ ਪਹੁੰਚ ਜਾਊਗਾ। ਵੈਸੇ ਤਾਂ ਗੁਰਬਾਣੀ ਕਹਿੰਦੀ ਆ ਕਿ ਤੁਹਾਡਾ ਇੱਥੇ ਦਾ ਜਿਹੜਾ ਦਿੱਤਾ ਹੋਇਆ ਬਾਅਦ ਚ ਦਾਨ ਆ ਉਹ ਕਿਸੇ ਨੂੰ ਨਹੀਂ ਪਹੁੰਚਦਾ। ਜਿਹੜਾ ਬੰਦੇ ਨੇ ਆਪਣੇ ਹੱਥੀਂ ਦਾਨ ਕਰ ਲਿਆ ਉਹੀ ਜਿਹੜਾ ਹੈਗਾ ਸਫਲ ਹੋਣਾ। ਤੇ ਗੁਰੂ ਸਾਹਿਬ ਫਿਰ ਵੀ ਕਹਿੰਦੇ ਚਲੋ ਮੰਨ ਲਓ ਤੁਹਾਡੇ ਪਿਤਰਾਂ ਨੂੰ ਪਹੁੰਚਦਾ, ਤੇ ਜਿਹੜਾ ਤੁਸੀਂ ਚੋਰੀ ਦੇ ਮਾਲ ਦੇ ਵਿੱਚੋਂ ਦਾਨ ਕੀਤਾ ਤੇ ਉਹਦੇ ਵਿੱਚ ਤਾਂ ਤੁਹਾਡੇ ਪਿੱਤਰ ਵੀ ਫਿਰ ਭਾਗੀ ਹੋ ਗਏ, ਹਨਾ, ਤੁਸੀਂ ਪਿੱਤਰਾਂ ਨੂੰ ਵੀ ਨਾਲ ਉਹ ਚੋਰੀ ਦੇ ਭਾਗੀ ਬਣਾ ਲਿਆ। ਸੋ ਇਸ ਤਰ੍ਹਾਂ ਦਾ ਜਿਹੜਾ ਠੱਗੀ, ਚੋਰੀ ਦਾ, ਧੋਖੇ ਨਾਲ ਕਮਾਇਆ ਧਨ ਆ, ਮਤਲਬ ਕਹਿਣ ਦਾ ਕਿ ਉਹਦੇ ਵਿੱਚੋਂ ਜੇ ਆਪਾਂ ਦਾਨ ਪੁੰਨ ਵੀ ਕਰਦੇ ਆ ਤਾਂ ਉਹ ਸਫਲ ਨਹੀਂ ਹੋਣਾ। ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਪਖੰਡ ਦਾ ਤਿਆਗ। ਪਖੰਡ ਤੋਂ ਭਾਵ ਇੱਥੇ ਗੁਰੂ ਸਾਹਿਬ ਦਾ ਹੈ ਕਿ ਜਿਹੜਾ ਧਾਰਮਿਕ ਵਿਖਾਵੇ ਦੇ ਵਿੱਚ ਰਹਿ ਕੇ ਅਸੀਂ ਪਖੰਡ ਕਰਦੇ। ਨੈਕਸਟ ਕਰ ਦਿਓ ਬੇਟੇ। ਤੇ ਜਿਹੜਾ ਧਾਰਮਿਕ ਪਹਿਰਾਵੇ ਦੇ ਵਿੱਚ ਲੋਕ ਪਖੰਡ ਕਰਦੇ ਆ, ਜਿਸ ਤਰ੍ਹਾਂ ਅੱਜ ਕੱਲ ਬਹੁਤ ਸਾਰੇ ਢੋਂਗੀ ਬਾਬੇ ਸੰਤ ਬਣੇ ਹੋਏ ਆਪਣੇ ਆਪ ਨੂੰ ਕਹਾਉਂਦੇ ਆ, ਉਹਨਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਆ। ਗੁਰੂ ਸਾਹਿਬ ਦਾ ਫਰਮਾਨ ਹੈ ਚੌਥੇ ਪਾਤਸ਼ਾਹ ਦਾ, ਪਖੰਡ ਪਖੰਡ ਕਰ ਕਰ ਭਰਮੇ, ਲੋਭ ਪਖੰਡ ਜਗ ਬੁਰਿਆਰੇ, ਹਲਤ ਪਲਤ ਦੁਖਦਾਈ ਹੋਵੇ, ਜਮਕਾਲ ਖੜਾ ਸਿਰ ਮਾਰੇ। ਤੇ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੇ ਧਾਰਮਿਕ ਜਿਹੜਾ ਪਹਿਰਾਵਾ ਪਾ ਕੇ ਲੋਕਾਂ ਤੋਂ ਮਾਇਆ ਬਟੋਰਨ ਦੇ ਲਈ ਪਖੰਡ ਕਰਦੇ ਆ ਤੇ ਲਾਲਚ ਦੇ ਅਧੀਨ ਹੋ ਕੇ ਪਖੰਡ ਕਰਦੇ ਆ, ਤੇ ਉਹ ਜੱਗ ਦੇ ਭੈੜੇ ਦੁਸ਼ਮਣ ਆ, ਹਨਾ। ਇੱਕ ਤਰ੍ਹਾਂ ਦੇ ਨਾਲ ਉਹ ਵਿਖਾਵਾ ਕਰਨ ਵਾਲੇ ਜਿਹੜੇ ਆ ਉਹ ਦੁਨੀਆ ਦੇ ਦੁਸ਼ਮਣ ਆ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਲੋਕ ਪਰਲੋਕ ਦੋਨਾਂ ਦੇ ਵਿੱਚ ਹੀ ਉਹਨਾਂ ਨੇ ਦੁਖੀ ਹੋਣਾ, ਤੇ ਜਮਾਂ ਦੀ ਮਾਰ ਵੀ ਉਹਨਾਂ ਨੂੰ ਪੈਣੀ ਆ, ਆਤਮਿਕ ਤੌਰ ਤੇ ਵੀ ਉਹਨਾਂ ਨੇ ਮਰ ਜਾਣਾ। ਤੇ ਸੋ ਜਿਹੜੇ ਪਖੰਡ ਕਰਨ ਤੋਂ ਗੁਰੂ ਸਾਹਿਬ ਨੇ ਸਾਨੂੰ ਬਚਣ ਦੇ ਲਈ ਕਿਹਾ। ਤੇ ਇੱਕ ਕਬੀਰ ਜੀ ਦਾ ਵੀ ਫਰਮਾਨ ਹੈ ਸਾਧ ਸੰਗਤ ਜੀ, ਓਏ ਹਰ ਕੇ ਸੰਤ ਨਾ ਆਖੀਏ ਬਾ ਨਾਰਸ ਕੇ ਠੱਗ। ਕਬੀਰ ਜੀ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਪਰਮਾਤਮਾ ਦੇ ਭਗਤ ਨਹੀਂ ਕਹਿ ਸਕਦੇ, ਹਰੀ ਦੇ ਭਗਤ ਨਹੀਂ ਕਹਿ ਸਕਦੇ, ਇਹ ਤਾਂ ਬਨਾਰਸ ਦੇ ਠੱਗ ਆ। ਸੋ ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਪਹਿਰਾਵੇ ਦੇ ਵਿੱਚ ਠੱਗ ਬਣਦੇ ਆ, ਤੇ ਉਹਨਾਂ ਤੋਂ ਸਾਨੂੰ ਬਚਣ ਦੀ ਲੋੜ ਆ। ਤੇ ਇਹਨਾਂ ਦਾ ਅਖੀਰ ਜਿਹੜਾ ਇਹਨਾਂ ਦਾ ਮਾੜਾ ਹੀ ਹੋਣਾ। ਜਿਵੇਂ ਹੁਣ ਬਹੁਤ ਸਾਰੇ ਜਿਹੜੇ ਆ ਆਪਣੇ ਸੰਤ ਬਾਬੇ ਜੇਲ੍ਹਾਂ ਦੇ ਵਿੱਚ ਵੀ ਗਏ ਹੋਏ ਆ, ਉਸ ਚਿਰ ਲਈ ਤਾਂ ਮਾਇਆ ਬਟੋਰ ਲੈਂਦੇ, ਆਪਣੀ ਮਸ਼ਹੂਰੀ ਕਰ ਲੈਂਦੇ ਆ, ਪਰ ਅਖੀਰ ਇਹਨਾਂ ਦਾ ਮਾੜਾ ਹੀ ਹੁੰਦਾ। ਤੇ ਅਗਲਾ ਸਾਧ ਸੰਗਤ ਜੀ ਫਰਮਾਨ ਹੈ ਲੋਭ ਲਾਲਚ ਦਾ ਤਿਆਗ। ਤੇ ਗੁਰੂ ਸਾਹਿਬ ਨੇ ਸਾਨੂੰ ਲਾਲਚ ਦਾ, ਲੋਭ ਦਾ ਤਿਆਗ ਕਰਨ ਦੇ ਲਈ ਵੀ ਕਿਹਾ, ਤੇ ਵੀ ਸਾਨੂੰ ਸਬਰ ਸੰਤੋਖ ਦੀ ਜ਼ਿੰਦਗੀ ਬਸਰ ਕਰਨ ਦੇ ਲਈ ਕਿਹਾ। ਤੇ ਜਿਵੇਂ ਉਹਨਾਂ ਦਾ ਫਰਮਾਨ ਹੈ, ਸੁਖਮਨੀ ਸਾਹਿਬ ਦਾ ਫਰਮਾਨ ਹੈ ਸਾਧ ਸੰਗਤ ਜੀ, ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ 'ਚ, ਬਿਨਾਂ ਸੰਤੋਖ ਨਹੀਂ ਕੋ ਰਾਜੇ। ਸੁਖਮਨੀ ਸਾਹਿਬ ਦਾ ਫਰਮਾਨ ਹੈ ਕਿ ਸਾਨੂੰ ਜਿੰਨਾ ਚਿਰ ਸਬਰ ਸੰਤੋਖ ਨਹੀਂ ਆਉਂਦਾ, ਤੁਸੀਂ ਕਿੰਨਾ ਸਮਾਨ ਇਕੱਠਾ ਕਰ ਲਓ, ਕਿੰਨੇ ਅਮੀਰ ਹੋ ਜਾਓ, ਤੇ ਉਹਨਾਂ ਦੀ ਜਿਹੜੀ ਭੁੱਖ ਪੂਰੀ ਨਹੀਂ ਹੋਣੀ, ਮਾਇਆ ਦੀ ਭੁੱਖ। ਤੇ ਉਹਨੂੰ ਲੱਗਣਾ ਕਿ ਜੇ ਆਪਾਂ ਲੱਖਾਂ ਇਕੱਠੇ ਕਰ ਲਿਆ ਤਾਂ ਸਾਡੇ ਕੋਲ ਅਰਬਾਂ ਆ ਜਾਣ, ਅਰਬਾਂ ਤਾਂ ਖਰਬਾਂ ਆ ਜਾਣ, ਹਨਾ। ਤੇ ਇਹ ਭੁੱਖ ਵੱਧਦੀ ਜਾਂਦੀ ਹੈ ਜੇ ਆਪਾਂ ਨੂੰ ਸਬਰ ਸੰਤੋਖ ਨਹੀਂ। ਜਪਜੀ ਸਾਹਿਬ ਦਾ ਵੀ ਇੱਕ ਫਰਮਾਨ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ। ਤੇ ਸੋ ਆਪਾਂ ਜਦੋਂ ਸਾਡੀ ਸਬਰ ਨਹੀਂ ਆਉਂਦਾ ਜਿੰਨਾ ਚਿਰ ਸਾਡੇ ਵਿੱਚ, ਉਹਨਾਂ ਚਿਰ ਸਾਡੀ ਜਿਹੜੀ ਅਮੀਰੀ ਆ ਉਹਦੀ ਭੁੱਖ ਹੋਰ ਵੱਧਦੀ ਜਾਣੀ ਹੈ। ਇੱਕ ਹੋਰ ਸਾਧ ਸੰਗਤ ਜੀ, ਪੰਜਵੇਂ ਪਾਤਸ਼ਾਹ ਦਾ ਫਰਮਾਨ ਹੈ, ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ। ਇਹਦੇ ਵਿੱਚ ਗੁਰੂ ਸਾਹਿਬ ਨੇ ਜਿਹੜੇ ਸਾਰੇ ਵਿਕਾਰ ਆ, ਤੇ ਉਹ ਸਾਰੇ ਵਿਕਾਰਾਂ ਦਾ ਜ਼ਿਕਰ ਕਰ ਦਿੱਤਾ। ਕਾਮ ਕ੍ਰੋਧ ਮਦ ਹੰਕਾਰ ਲੋਭ ਮੋਹ। ਗੁਰੂ ਸਾਹਿਬ ਕਹਿੰਦੇ ਆ, ਉਹੀ ਸਲਾਈਡ ਦਿਖਾ ਦਿਓ ਬੇਟੇ ਦੁਬਾਰਾ। ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ। ਵੀ ਇਹ ਸਾਰੇ ਸਾਡੇ ਦੁਸ਼ਮਣ ਆ। ਕਾਮ ਕ੍ਰੋਧ ਹੋਇਆ, ਤੇ ਹੰਕਾਰ ਹੋਇਆ, ਲੋਭ ਮੋਹ, ਤੇ ਇਹਨਾਂ ਤੋਂ ਸਾਨੂੰ ਬਚਣ ਦੀ ਲੋੜ ਆ ਜੇ ਅਸੀਂ ਚੰਗੀ ਜੀਵਨ ਜਾਚ ਅਪਣਾਉਣੀ ਹੈ। ਤੇ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਵਹਿਮਾਂ ਭਰਮਾਂ ਤੋਂ ਮੁਕਤੀ। ਤੇ ਵਹਿਮਾਂ ਭਰਮਾਂ ਤੋਂ ਮੁਕਤੀ ਦੇ ਵਿੱਚ ਸਾਧ ਸੰਗਤ ਜੀ ਬਹੁਤ ਕੁਛ ਆ ਜਾਂਦਾ। ਗੁਰੂ ਸਾਹਿਬ ਨੇ ਸਾਨੂੰ ਅੱਜ ਤੋਂ 500 550 ਸਾਲ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਅੰਧ ਵਿਸ਼ਵਾਸਾਂ ਚੋਂ। ਪਰ ਅਸੀਂ ਲੋਕ ਸਾਡੀ ਕਹਿ ਲਓ ਅਣਜਾਣਤਾ ਕਿ ਅਸੀਂ ਅਜੇ ਤੱਕ ਵੀ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਹਾਂ। ਜਿਵੇਂ ਦਿਨ ਸ਼ਗਨ, ਅਪਸ਼ਗਨ, ਵਰਤਨੇਮ, ਪੂਜਾ, ਤੀਰਥਾਂ ਦਾ ਇਸ਼ਨਾਨ, ਕਰਮ ਕਾਂਡ ਹੈ ਸਾਰੇ, ਇਹਨਾਂ ਦੇ ਵਿੱਚੋਂ ਸਾਨੂੰ ਨਿਕਲਣ ਦੇ ਲਈ ਗੁਰੂ ਸਾਹਿਬ ਨੇ ਕਿਹਾ। ਤੇ
ਉਸ ਵੇਲੇ ਜਿਹੜਾ ਬ੍ਰਾਹਮਣ ਜਾਂ ਸਨਾਤਨ ਮਤ ਦੇ ਵਿੱਚ ਆਮ ਇਹ ਮੰਨਿਆ ਜਾਂਦਾ ਸੀ ਕਿ 68 ਤੀਰਥਾਂ ਦਾ ਇਸ਼ਨਾਨ ਕਰ ਲਓ ਤੇ ਬਹੁਤ ਵੱਡਾ ਪੁੰਨ ਹੁੰਦਾ, ਬਹੁਤ ਫਲ ਮਿਲਦਾ। ਲੋਕ 68 ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਸੀ। ਤੇ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਆ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਸਾਹਿਬ ਕਹਿੰਦੇ ਆ ਕਿ ਤੀਰਥ ਜਿਹੜਾ ਆ ਤੁਹਾਡੇ ਅੰਦਰ ਆ, ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਕਰੋ, ਉਹੀ ਤੁਹਾਡਾ ਤੀਰਥ ਆ। ਅਸਲ ਦੇ ਵਿੱਚ ਧਰਮ ਕੀ ਆ, ਇਹ ਧਰਮ ਅਸਲ ਚ ਮਨ ਦਾ ਇਸ਼ਨਾਨ ਆ। ਤੇ ਮਨ ਦਾ ਇਸ਼ਨਾਨ ਜਿਹੜਾ ਉਹ ਤੀਰਥਾਂ ਤੇ ਜਾ ਕੇ ਨਹੀਂ ਹੋਣਾ, ਮਨ ਦਾ ਇਸ਼ਨਾਨ ਸ਼ਬਦ ਦੇ ਨਾਲ ਹੋਣਾ। ਜੇ ਆਪਾਂ ਅੰਦਰ ਸ਼ਬਦ ਦੀ ਵਿਚਾਰ ਕਰਦੇ ਆ, ਅੰਦਰ ਆਪਣੇ ਗਿਆਨ ਦਾ ਚਾਨਣ ਹੁੰਦਾ, ਤੇ ਉਹਦੇ ਨਾਲ ਮਨ ਦਾ ਸਾਡਾ ਇਸ਼ਨਾਨ ਹੋਣਾ। ਸੋ ਗੁਰੂ ਸਾਹਿਬ ਨੇ ਕਿਹਾ ਤੀਰਥ ਸਾਡੇ ਅੰਦਰ ਹੀ ਹੈ, ਕਿਉਂਕਿ ਰੱਬ ਸਾਡੇ ਅੰਦਰ ਵਸਦਾ, ਤੇ ਅਸੀਂ ਅੰਦਰੋਂ ਹੀ ਉਹਨੂੰ ਜਿਹੜਾ ਚੰਗੇ ਵਿਚਾਰਾਂ ਦੇ ਨਾਲ ਵਿਚਾਰ ਕਰਕੇ ਸ਼ਬਦ ਦੀ ਤੇ ਉਹਨੂੰ ਪ੍ਰਗਟ ਕਰਨਾ। ਤੇ ਇੱਕ ਹੋਰ ਕਬੀਰ ਜੀ ਦਾ ਫਰਮਾਨ ਹੈ, ਸਾਧ ਸੰਗਤ ਜੀ, ਛੋੜੈ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਉਹਨਾਂ ਦਿਨਾਂ ਦੇ ਵਿੱਚ ਕੁਝ ਐਸੇ ਵੀ ਜਿਹੜੇ ਸੰਤ ਬਣੇ ਹੋਏ ਸੀਗੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਪੌਣਾਹਾਰੀ ਸੰਤ, ਜਿਵੇਂ ਕਹਿ ਦਿੰਦੇ ਆ ਜੀ ਇਹਨਾਂ ਨੇ ਅੰਨ ਛੱਡਿਆ ਹੋਇਆ, ਇਹ ਭਗਤੀ ਕਰਦੇ ਆ, ਹਨਾ, ਇਹ ਤਾਂ ਅੰਨ ਵੀ ਨਹੀਂ ਖਾਂਦੇ। ਤੇ ਗੁਰੂ ਸਾਹਿਬ ਨੇ ਕਬੀਰ ਜੀ ਨੇ ਉਹਨਾਂ ਤੇ ਕਟਾਕਸ਼ ਕੀਤੀ ਆ ਕਿ ਉਹ ਉਹਨਾਂ ਕੁਚੱਜੀਆਂ ਇਸਤਰੀਆਂ ਵਰਗੇ ਆ, ਤੇ ਜਿਹੜੀਆਂ ਨਾ ਸੁਹਾਗਣਾ ਚ ਗਿਣੀਆਂ ਜਾਂਦੀਆਂ ਤੇ ਨਾ ਰੰਡੀਆਂ ਚ ਗਿਣੀਆਂ ਜਾਂਦੀਆਂ। ਤੇ ਸੋ ਗੁਰੂ ਸਾਹਿਬ ਨੇ ਇਹ ਕਰਮ ਕਾਂਡ ਆ, ਵਰਤ ਵਗੈਰਾ ਦੇ ਰੱਖਣ ਦੇ, ਇਹਨਾਂ ਤੋਂ ਵੀ ਵਰਜਿਆ। ਭਾਵੇਂ ਅਜੇ ਵੀ ਅਸੀਂ ਜਿਹੜੇ ਸਨਾਤਨ ਮਤ ਵਾਲਿਆਂ ਦੇ ਪਿੱਛੇ ਲੱਗ ਕੇ ਸਾਡੀਆਂ ਬੀਬੀਆਂ ਭੈਣਾਂ ਕਰਵਾ ਚੌਥ ਦੇ ਵਰਤ ਵੀ ਰੱਖੀ ਜਾਂਦੀਆਂ, ਜਾਂ ਹੋਰ ਕਈ ਤਰ੍ਹਾਂ ਦੇ ਵਰਤ। ਤੇ ਜੇ ਅਸੀਂ ਵੀ ਵਰਤ ਰੱਖਣਾ, ਉਦਾਂ ਆਪਣਾ ਪੇਟ ਸਾਫ਼ ਕਰਨ ਲਈ ਕਦੇ ਕਦੇ ਰੱਖਣਾ, ਉਹ ਵੱਖਰੀ ਗੱਲ ਆ। ਤੇ ਪਰ ਜੇ ਅਸੀਂ ਇਹਨਾਂ ਨੂੰ ਜਿਹੜਾ ਵਰਤ ਨੂੰ ਇਹ ਸ਼ਗਨ ਅਪਸ਼ਗਨ ਇਹ ਸਮਝ ਕੇ ਕਦੇ ਨਹੀਂ ਰੱਖਣਾ, ਮਨਾਹੀ ਆ ਗੁਰਮਤ ਦੇ ਵਿੱਚ। ਫਿਰ ਅਸੀਂ ਦਿਨਾਂ ਦੀ ਬੜੀ ਸਾਧ ਸੰਗਤ ਜੀ ਵਿਚਾਰ ਕਰਦੇ ਆ। ਸਾਡੀਆਂ ਭੈਣਾਂ ਕਹਿੰਦੀਆਂ ਵੀਰਵਾਰ ਕੱਪੜੇ ਨਹੀਂ ਧੋਣੇ, ਸ਼ਨੀਵਾਰ ਸਿਰ ਨਹੀਂ ਧੋਣਾ, ਤੇ ਅਸੀਂ ਤਾਂ ਨੌਕਰੀ ਕਰਦੇ ਹੁੰਦੇ ਸੀ, ਤੇ ਜਿਹੜਾ ਦਿਨ ਸਾਨੂੰ ਜਦੋਂ ਟਾਈਮ ਮਿਲਿਆ ਉਦੋਂ ਕੱਪੜੇ ਧੋ ਲਈਦੇ ਸੀ। ਸ਼ਨੀਵਾਰ ਰਾਤ ਨੂੰ ਬੱਚਿਆਂ ਨੂੰ ਸਿਰ ਨਵਾ ਦਈਦਾ ਸੀ, ਕਦੇ ਵਿਚਾਰ ਨਹੀਂ ਕੀਤੀ। ਪਰ ਸਾਡੇ ਲੋਕ ਅਜੇ ਵੀ ਵਿਚਾਰ ਕਰੀ ਜਾਂਦੇ ਆ, ਸ਼ਰਾਧਾਂ ਦੇ ਦਿਨ ਆ, ਇਹ ਮਾੜੇ ਦਿਨ ਆ, ਇਹਨਾਂ ਚ ਕੋਈ ਜਿਹੜਾ ਸ਼ੁਭ ਕੰਮ ਨਹੀਂ ਕਰਨਾ, ਇਹ ਤਾਰਾ ਡੁੱਬਾ ਹੋਇਆ, ਇਹ ਚ ਨਹੀਂ ਸ਼ੁਭ ਕੰਮ ਕਰਨਾ। ਸੋ ਗੁਰੂ ਸਾਹਿਬ ਨੇ ਕੀ ਕਿਹਾ ਸਾਨੂੰ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਪੰਜਵੇਂ ਪਾਤਸ਼ਾਹ ਕਹਿੰਦੇ ਆ ਕਿ ਸਾਰੇ ਦਿਨ ਹੀ ਪਵਿੱਤਰ ਆ, ਸਾਰੇ ਮਹੂਰਤ ਪਵਿੱਤਰ ਆ। ਤੇ ਜਦੋਂ ਉਹੀ ਦਿਨ ਜਿਹੜਾ ਪਵਿੱਤਰ ਆ ਸਾਡੇ ਲਈ, ਜਦੋਂ ਅਸੀਂ ਉਸ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਆ। ਤੇ ਸੋ ਜਿਹੜੇ ਸਾਰੇ ਮਹੀਨੇ ਜਿਹੜੇ ਆ, ਕੋਈ ਮੱਸਿਆ ਸੰਗਰਾਂਦਾਂ ਦਾ ਜਿਹੜਾ ਦਸਵੀਂ ਆ, ਇਹਨਾਂ ਦੇ ਇਸ ਤਰ੍ਹਾਂ ਦੇ ਆਪਾਂ ਵਿਚਾਰ ਨਹੀਂ ਕਰਨੇ। ਗੁਰੂ ਸਾਹਿਬ ਨੇ ਸਾਰੇ ਦਿਨਾਂ ਨੂੰ ਬਰਾਬਰ ਕਿਹਾ, ਤੇ ਅਸਲ ਵਿੱਚ ਉਹੀ ਦਿਨ ਸਾਡੇ ਲਈ ਪਵਿੱਤਰ ਆ ਜਿੱਦਣ ਅਸੀਂ ਆਪਣੇ ਗੁਰੂ ਦੀ ਯਾਦ ਦੇ ਵਿੱਚ ਜੁੜਦੇ ਹਾਂ। ਤੇ ਅਗਲਾ ਪੁਆਇੰਟ ਆ ਸਾਧ ਸੰਗਤ ਜੀ, ਪਾਪ ਕਰਮਾਂ ਦਾ ਨਾਸ਼। ਹੁਣ ਪਾਪ ਕਰਮ ਸਾਡੇ ਕਿਹੜੇ ਆ? ਤੇ ਇਹਨਾਂ ਸਾਰੀਆਂ ਬੁਰੀਆਂ ਆਦਤਾਂ ਵਿਕਾਰਾਂ ਤੋਂ ਬਿਨਾਂ ਕੁਝ ਪਾਪ ਕਰਮ ਹੋਰ ਵੀ ਆ। ਉਹਦੇ ਵਿੱਚ ਆ ਜਾਂਦਾ ਮੁਨਾਫਾਖੋਰੀ ਆ, ਵੱਡੀ ਖੋਰੀ ਆ, ਵੱਡੀ ਲੈਣੀ ਆ, ਹੱਕ ਮਾਰਨਾ, ਕਿਸੇ ਦਾ ਹੀਰਾ ਫੇਰੀ ਕਰਨੀ, ਡਿਊਟੀ ਚ ਅਣਗਹਿਲੀ ਕਰਨੀ, ਇਹ ਸਾਰੇ ਸਾਡੇ ਪਾਪ ਕਰਮ ਆ। ਤੇ ਗੁਰੂ ਸਾਹਿਬ ਦਾ ਫਰਮਾਨ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਸੁਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਪਰਾਇਆ ਹੱਕ ਖਾਣਾ ਆ, ਉਹ ਹਿੰਦੂਆਂ ਦੇ ਲਈ ਗਾਂ ਖਾਣ ਦੇ ਬਰਾਬਰ ਆ, ਤੇ ਮੁਸਲਮਾਨਾਂ ਦੇ ਲਈ ਸੂਰ ਖਾਣ ਦੇ ਬਰਾਬਰ ਆ। ਤੇ ਜਿਹੜਾ ਗੁਰੂ ਪੀਰ ਆ ਤਾਂ ਹੀ ਹਾਮਾ ਭਰਦਾ, ਜੇ ਉਸ ਬੰਦੇ ਦੀ ਜਾਮਨੀ ਦਿੰਦਾ ਗੁਰੂ ਪੀਰ, ਉਹਦੇ ਨਾਲ ਖੜਦਾ ਪਰਮਾਤਮਾ, ਜਿਹੜਾ ਬੰਦਾ ਪਰਾਇਆ ਹੱਕ ਨਹੀਂ ਖਾਂਦਾ। ਤੇ ਇੱਕ ਹੋਰ, ਜਿਵੇਂ ਜਪਜੀ ਸਾਹਿਬ ਦਾ ਵੀ ਫਰਮਾਨ, ਆਪੇ ਬੀਜ ਆਪੇ ਹੀ ਖਾ। ਸੋ ਆਪਾਂ ਜੇ ਕੋਈ ਪਰਾਇਆ ਹੱਕ ਮਾਰ ਕੇ, ਕਿਸੇ ਨਾਲ ਧੋਖਾ ਕਰਕੇ ਕਮਾਈ ਕਰਦੇ ਆ, ਉਹ ਸਾਧ ਸੰਗਤ ਜੀ ਆਪਾਂ ਆਪਣੇ ਲਈ ਕੰਡੇ ਬੀਜਦੇ ਆ, ਤੇ ਉਹ ਕੰਡੇ ਸਾਨੂੰ ਹੀ ਚੁਗਣੇ ਪੈਣੇ ਆ, ਹਨਾ। ਜੋ ਕੁਛ ਅਸੀਂ ਬੀਜਦੇ ਆ, ਸਾਨੂੰ ਉਹਦਾ ਫਲ ਆਪੇ ਖਾਣਾ ਪੈਣਾ। ਸੋ ਸਾਨੂੰ ਇਸ ਤਰ੍ਹਾਂ ਦੇ ਪਾਪ ਕਰਮ ਨਹੀਂ ਕਰਨੇ ਚਾਹੀਦੇ। ਇੱਕ ਹੋਰ ਫਰਮਾਨ ਹੈ, ਵੱਡੀ ਲੈ ਕੇ ਹੱਕ ਗਵਾਏ। ਜਦੋਂ ਆਪਾਂ ਵੱਡੀ ਲੈ ਕੇ, ਕੋਈ ਬੰਦਾ ਜਿਹੜਾ ਝੂਠੇ ਬੰਦੇ ਦੇ ਹੱਕ 'ਚ ਖੜ ਜਾਂਦਾ ਤੇ ਸੱਚੇ ਦਾ ਹੱਕ ਮਾਰਿਆ ਜਾਂਦਾ, ਤੇ ਉਹਨੂੰ ਵੀ ਗੁਰੂ ਸਾਹਿਬ ਨੇ ਪਾਪ ਕਰਮ ਦੇ ਵਿੱਚ ਗਿਣਿਆ। ਤੇ ਇੱਕ ਹੋਰ ਗੁਰੂ ਸਾਹਿਬ ਦਾ ਫਰਮਾਨ ਹੈ, ਦੂਜੇ ਪਾਤਸ਼ਾਹ ਦਾ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਕਈ ਵਾਰੀ ਅਸੀਂ ਕੰਮ ਸਾਧ ਸੰਗਤ ਜੀ ਬੱਧੇ ਰੁੱਧੇ ਕਰਦੇ ਆ, ਹਨਾ,
ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਆਪਾਂ ਬੱਧੇ ਰੁੱਧੇ ਜਾਂ ਅਣਮੰਨੇ ਮਨ ਦੇ ਨਾਲ ਕੰਮ ਕਰਦੇ ਆ, ਬਈ ਹੁਣ ਇਹ ਬਗਾਰ ਪੈ ਗਈ, ਹੁਣ ਤਾਂ ਇਹ ਕਰਨਾ ਹੀ ਪੈਣਾ, ਤੇ ਉਹਦਾ ਨਾ ਸਾਨੂੰ ਫਾਇਦਾ ਹੁੰਦਾ ਤੇ ਨਾ ਦੂਜੇ ਬੰਦੇ ਨੂੰ ਫਾਇਦਾ ਹੁੰਦਾ। ਸੋ ਗੁਰੂ ਸਾਹਿਬ ਨੇ ਕਿਹਾ ਕਿ ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ, ਜਿਹੜਾ ਕੰਮ ਖੁਸ਼ੀ ਨਾਲ ਕੀਤਾ ਜਾਵੇ ਵੀ ਉਹੀ ਸਿਰੇ ਚੜ੍ਹਦਾ ਆ। ਸੋ ਸਾਨੂੰ ਕੋਈ ਵੀ ਕੰਮ ਜਿਹੜਾ ਉਹ ਬੱਧੇ ਰੁੱਧੇ ਨਹੀਂ ਕਰਨਾ ਚਾਹੀਦਾ। ਜੇ ਸਾਨੂੰ ਕੰਮ ਮਿਲ ਹੀ ਗਿਆ ਤੇ ਜੋ ਵੀ ਸਾਨੂੰ ਡਿਊਟੀ ਮਿਲੀ ਹੈ, ਕੋਈ ਨੌਕਰੀ ਦੀ ਡਿਊਟੀ ਹੈ ਜਾਂ ਕੋਈ ਪਰਮਾਤਮਾ ਵੱਲੋਂ ਸਾਡੀ ਡਿਊਟੀ ਲੱਗੀ ਆ, ਤਾਂ ਉਹਨੂੰ ਆਪਾਂ ਖੁਸ਼ੀ ਨਾਲ ਕਰੀਏ, ਤਾਂ ਹੀ ਉਹਨੇ ਸਿਰੇ ਚੜ੍ਹਨਾ। ਤੇ ਗੁਰੂ ਸਾਧ ਸੰਗਤ ਜੀ, ਇਹ ਜਿਹੜੇ ਔਗਣ ਆ ਨਾ, ਇਹ ਗੁਰੂ ਸਾਹਿਬ ਨੇ ਕਿਹਾ ਸਾਡੇ ਗਲੇ ਦੀਆਂ ਜੰਜੀਰਾਂ ਆ, ਹਨਾ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਇਹ ਵੀ ਇੱਕ ਫਰਮਾਨ ਹੈ ਗੁਰੂ ਸਾਹਿਬ ਦਾ, ਪਹਿਲੇ ਪਾਤਸ਼ਾਹ ਦਾ। ਸੋ ਜਿਹੜੇ ਗੁਰੂ ਸਾਹਿਬ ਨੇ ਕਿਹਾ ਇਹ ਸਾਰੇ ਔਗਣ ਸਾਡੇ ਗਲੇ ਦੀਆਂ ਜੰਜੀਰਾਂ, ਤੇ ਇਹਨਾਂ ਨੂੰ ਕਿਵੇਂ ਕੱਟਿਆ ਜਾ ਸਕਦਾ? ਇਹਨਾਂ ਨੂੰ ਕੱਟਿਆ ਜਾ ਸਕਦਾ ਗੁਣਾਂ ਨਾਲ। ਤੇ ਗੁਰੂ ਸਾਹਿਬ ਕਹਿੰਦੇ ਜੇ ਗੁਣ ਪੱਲੇ ਹੋਣਗੇ, ਗੁਣ ਸਾਡੇ ਭਾਈ ਮਿੱਤਰ ਆ, ਤੇ ਉਹਨਾਂ ਦੇ ਨਾਲ ਹੀ ਔਗਣ ਕੱਟੇ ਜਾਣੇ ਆ। ਹੁਣ ਆਪਾਂ ਦੇਖਣਾ ਕਿ ਕਿਹੜੇ ਗੁਣਾਂ ਦੀ ਗੱਲ ਗੁਰੂ ਸਾਹਿਬ ਕਰ ਰਹੇ ਆ, ਕਿਹੜੇ ਗੁਣ ਜਿਹੜੇ ਆ ਉਹ ਸਾਡੀਆਂ ਇਹ ਜੰਜੀਰਾਂ ਨੂੰ ਕੱਟ ਸਕਦੇ ਆ, ਔਗਣਾਂ ਦੀਆਂ ਜੰਜੀਰਾਂ ਨੂੰ। ਤੇ ਹੁਣ ਆਪਾਂ ਉਹਨਾਂ ਗੁਣਾਂ ਦਾ ਜ਼ਿਕਰ ਕਰਾਂਗੇ ਇਹ ਅਗਲੇ ਸਮੇਂ ਦੇ ਵਿੱਚ। ਹੁਣ ਆਪਾਂ ਕਰਨ ਲੱਗੇ ਆ ਕਿ ਸਦਗੁਣਾਂ ਨੂੰ ਗ੍ਰਹਿਣ ਕਰਨਾ। ਗੁਰੂ ਸਾਹਿਬ ਕਿਹੜੇ ਸਦਗੁਣਾਂ ਦੀ ਗੱਲ ਕਰ ਰਹੇ ਆ? ਇੱਕ ਜਪਜੀ ਸਾਹਿਬ ਦਾ ਫਰਮਾਨ ਹੈ, ਸਾਧ ਸੰਗਤ ਜੀ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਕਿ ਸਾਰੇ ਗੁਣ ਸਾਨੂੰ ਪਰਮਾਤਮਾ ਦੇ ਦਿੱਤੇ ਹੋਏ ਆ, ਤੇ ਉਹਦੇ ਦਿੱਤੇ ਗੁਣਾਂ ਤੋਂ ਬਿਨਾਂ ਸਾਡੀ ਕੀ ਔਕਾਤ ਆ ਕਿ ਅਸੀਂ ਉਹਦੀ ਵਡਿਆਈ ਨੂੰ ਵੀ ਗਾ ਸਕੀਏ, ਕਰ ਸਕੀਏ। ਬਿਨ ਗੁਣ ਕੀਤੇ ਭਗਤ ਨਾ ਹੋਏ, ਕਿ ਉਹਦੇ ਗੁਣ ਦਿੱਤੇ ਹੋਏ ਗੁਣ ਤੋਂ ਬਿਨਾਂ ਤਾਂ ਅਸੀਂ ਭਗਤੀ ਵੀ ਨਹੀਂ ਕਰ ਸਕਦੇ। ਇਹਦਾ ਵਿਦਵਾਨ ਇੱਕ ਹੋਰ ਵੀ ਜਿਹੜਾ ਅਰਥ ਮਤਲਬ ਦਿੰਦੇ ਆ ਇਹਦੀ ਭਾਵ ਅਰਥ, ਕਿ ਇਹ ਵੀ ਹੋ ਸਕਦਾ ਕਿ ਭਗਤੀ ਕਰਨ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਬਿਨ ਗੁਣ ਕੀਤੇ ਭਗਤ ਨਾ ਹੋਏ, ਕਿ ਭਗਤੀ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਵਿੱਚ ਗੁਣ ਪੈਦਾ ਕਰਨੇ ਜ਼ਰੂਰੀ ਆ। ਗੁਣਾਂ ਤੋਂ ਬਿਨਾਂ ਭਗਤੀ ਸਫਲ ਨਹੀਂ ਹੁੰਦੀ। ਦੋਨੇ ਵਿਚਾਰ ਮੈਨੂੰ ਸਹੀ ਲੱਗ ਰਹੇ ਆ ਕਿ ਜੇ ਸਾਡੇ ਵਿੱਚ ਗੁਣ ਹੋਣਗੇ ਤਾਂ ਹੀ ਅਸੀਂ ਭਗਤੀ ਕਰ ਸਕਦੇ ਹਾਂ, ਤੇ ਗੁਣਾਂ ਤੋਂ ਬਿਨਾਂ ਭਗਤੀ ਸਫਲ ਹੀ ਨਹੀਂ ਹੋਣੀ। ਕਿਉਂਕਿ ਜੇ ਸਾਡੇ ਅੰਦਰ ਕਿਸੇ ਦੇ ਲਈ ਜਿਹੜਾ ਬੁਰਾ ਵਿਚਾਰ ਵੀ ਭਰਿਆ ਹੋਇਆ ਵੀ ਫਲਾਣੇ ਦੇ ਨਾਲ ਆਪਾਂ ਅੱਜ ਹੀਰਾਫੇਰੀ ਕਰਕੇ ਉਹ ਤੋਂ ਆਹ ਕੰਮ ਕਢਾਉਣਾ, ਉਹਦੇ ਨਾਲ ਧੋਖਾ ਕਰਨਾ, ਇਸ ਤਰ੍ਹਾਂ ਆਪਾਂ ਕਮਾਈ ਕਰਨੀ ਆ, ਕਿਸੇ ਦਾ ਆਪਾਂ ਬੁਰਾ ਵੀ ਸੋਚ ਰਹੇ ਹਾਂ ਤੇ ਉੱਤੋਂ ਆਪਾਂ ਵਾਹਿਗੁਰੂ ਵਾਹਿਗੁਰੂ ਵੀ ਕਰ ਰਹੇ ਹਾਂ, ਅੱਲਾ ਅੱਲਾ ਰਾਮ ਰਾਮ ਵੀ ਕਰ ਰਹੇ ਹਾਂ, ਤੇ ਉਹ ਭਗਤੀ ਸਾਡੀ ਸਫਲ ਨਹੀਂ ਹੋਣੀ। ਸੋ ਪਹਿਲਾਂ ਸਾਨੂੰ ਆਪਣੇ ਅੰਦਰ ਗੁਣਾਂ ਨੂੰ ਧਾਰਨ ਕਰਨ ਦੀ ਲੋੜ ਆ, ਤਾਂ ਹੀ ਸਾਡੀ ਕੀਤੀ ਹੋਈ ਭਗਤੀ ਜਿਹੜੀ ਆ ਸਫਲੀ ਹੋ ਸਕਦੀ ਹੈ। ਤੇ ਉਹ ਕਿਹੜੇ ਗੁਣਾਂ? ਪਹਿਲਾ ਗੁਣ ਹੈ ਸੱਚ ਬੋਲਣਾ। ਸਭ ਤੋਂ ਪਹਿਲਾ ਗੁਣ ਹੈ ਕਿ ਸਾਨੂੰ ਸੱਚ ਦੇ ਮਾਰਗ ਤੇ ਚੱਲਣਾ ਚਾਹੀਦਾ। ਗੁਰੂ ਸਾਹਿਬ ਸਾਨੂੰ ਕਹਿੰਦੇ ਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਸੋ ਸਾਨੂੰ ਸੱਚ ਦਾ ਮਾਰਗ ਕਦੇ ਨਹੀਂ ਛੱਡਣਾ ਚਾਹੀਦਾ। ਆਮ ਤੌਰ ਤੇ ਲੋਕੀ ਕਹਿ ਦਿੰਦੇ ਜੀ ਝੂਠ ਬਿਨਾਂ ਤਾਂ ਦੁਨੀਆ 'ਚ ਗੁਜ਼ਾਰਾ ਹੀ ਨਹੀਂ, ਤੇ ਪਰ ਗੁਜ਼ਾਰਾ ਹੋ ਸਕਦਾ ਜੇ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਝੂਠ ਤੋਂ ਬਚਣਾ, ਝੂਠ ਨਹੀਂ ਬੋਲਣਾ। ਸਾਡਾ ਝੂਠ ਮਾੜੇ ਕਰਮਾਂ 'ਚ ਗਿਣਿਆ ਜਾਂਦਾ, ਲਿਖਿਆ ਜਾਂਦਾ, ਤੇ ਸਾਨੂੰ ਪਰਮਾਤਮਾ ਦਾ ਭੈ ਹੋਵੇ ਕਿ ਉਹ ਸਾਨੂੰ ਦੇਖ ਰਿਹਾ, ਤਾਂ ਫਿਰ ਅਸੀਂ ਝੂਠ ਤੋਂ ਜ਼ਰੂਰ ਬਚਾਂਗੇ। ਜੇ ਆਪਾਂ ਸੱਚ ਦੇ ਮਾਰਗ ਤੇ ਚੱਲੀਏ ਤਾਂ ਸਾਨੂੰ ਜਿਹੜਾ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੁੰਦਾ। ਕੋਸ਼ਿਸ਼ ਕਰੀਏ ਸੱਚੇ ਮਾਰਗ ਤੇ ਚੱਲਣ ਦੀ। ਤੇ ਇੱਕ ਅਗਲਾ ਪੁਆਇੰਟ ਹੈਗਾ ਮਿੱਠਾ ਬੋਲਣਾ। ਤੇ ਸੱਚ ਬੋਲਣ ਲਈ ਇੱਕ ਇਹ ਵੀ ਆ ਸਾਧ ਸੰਗਤ ਜੀ, ਕਈ ਵਾਰੀ ਆਪਾਂ ਕੋਈ ਬਹਾਨਾ ਲਾ ਦਿੰਦੇ ਹਾਂ। ਕੋਈ ਸਾਨੂੰ ਕੰਮ ਕਹਿੰਦਾ, ਆਪਾਂ ਕਹਿੰਦੇ ਆ ਉਹਨੇ ਆਪਾਂ ਸਾਨੂੰ ਐਵੇਂ ਬਗਾਰ ਪਾਤੀ, ਚੱਲ ਉਹਨੂੰ ਆਪਾਂ ਆਹ ਬਹਾਨਾ ਲਾ ਦਿੰਦੇ, ਉਹ ਵੀ ਝੂਠ ਬੋਲਣਾ ਹੀ ਆ। ਉਹਨੂੰ ਸੱਚ ਦੱਸ ਦਿਓ ਵੀ ਮੇਰੇ ਕੋਲ ਸਮਾਂ ਨਹੀਂ ਜਾਂ ਮੈਂ ਨਹੀਂ ਕਰ ਸਕਦਾ, ਤੇ ਕਿੰਨੇ ਕੁ ਬੰਦੇ ਨਾਰਾਜ਼ ਹੋ ਜਾਣਗੇ ਤੁਹਾਡੇ ਨਾਲ, ਹਨਾ। ਤੁਹਾਡਾ ਕਰਮ ਤਾਂ ਠੀਕ ਲਿਖਿਆ ਗਿਆ ਨਾ, ਚੰਗਾ ਲਿਖਿਆ ਗਿਆ, ਸੱਚ ਬੋਲਣ ਨਾਲ ਨਾਰਾਜ਼ ਹੁੰਦਾ ਕੋਈ ਹੋ ਜਾਵੇ। ਤੇ ਦੂਸਰਾ ਹੈ ਮਿੱਠਾ ਬੋਲਣਾ। ਮਿੱਠਾ ਬੋਲਣਾ ਦੇ ਲਈ ਗੁਰੂ ਸਾਹਿਬ ਦਾ ਫਰਮਾਨ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਤੇ ਗੁਰੂ ਸਾਹਿਬ ਕਹਿੰਦੇ ਕਿ ਨੀਵੇਂ ਰਹਿਣ ਦੇ ਵਿੱਚ ਮਿਠਾਸ ਆ, ਤੇ ਇਹ ਸਾਰੇ ਗੁਣਾਂ ਦਾ ਸਾਰ ਆ, ਮਿੱਠਾ ਬੋਲਣਾ ਤੇ ਨੀਵੇਂ ਰਹਿਣਾ, ਨਿਮਰਤਾ 'ਚ ਰਹਿਣਾ। ਤੇ ਨਾਲ ਹੀ ਗੁਰੂ ਸਾਹਿਬ ਦਾ ਫਰਮਾਨ ਦੂਜਾ ਵੀ ਆ, ਨਾਨਕ ਫਿੱਕਾ ਹੈ ਬੋਲੀਏ ਤਨ ਮਨ ਫਿੱਕਾ ਹੋਏ। ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਰੁੱਖਾ ਬੋਲਦਾ ਨਾ, ਕਈ ਬੰਦਿਆਂ ਨੂੰ ਬੁਲਾਉਣ ਨੂੰ ਜੀ ਨਹੀਂ ਕਰਦਾ, ਕਈ ਤਾਂ ਇਹਦੇ ਨਾਲ ਗੱਲ ਕੀਤੀ ਨਾ ਇਹਨੂੰ ਉਲਟਾ ਜਿਹਾ ਜਵਾਬ ਦੇਣਾ, ਬਹੁਤ ਰੁੱਖਾ ਜਵਾਬ ਦੇਣਾ। ਕਈ ਬੰਦੇ ਬੜਾ ਸੋਹਣਾ ਤੁਹਾਨੂੰ ਪਿਆਰ ਦੇ ਨਾਲ ਜਵਾਬ ਦਿੰਦੇ ਆ, ਦਿਲ ਕਰਦਾ ਕਿ ਇਹਨਾਂ ਨਾਲ ਗੱਲ ਕਰੀਏ, ਇਹਨਾਂ ਨੂੰ ਬੁਲਾਈਏ। ਸੋ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਰੁੱਖਾ ਬੋਲਦੇ ਆ ਤੇ ਦੂਜੇ ਨੂੰ ਰੁੱਖੇ ਜਵਾਬ ਦਿੰਦੇ ਆ, ਉਹ ਬੰਦਿਆਂ ਦਾ ਤਨ ਮਨ
ਦੋਨੋਂ ਹੀ ਫਿੱਕਾ ਹੋ ਜਾਂਦੇ, ਦੋਨੋਂ ਹੀ ਰੁੱਖੇ ਹੋ ਜਾਂਦੇ, ਉਹਨਾਂ ਦੇ ਅੰਦਰੋਂ ਪ੍ਰੇਮ ਪਿਆਰ ਉੱਡ ਹੀ ਜਾਂਦਾ। ਤੇ ਸੋ ਆਪਾਂ ਜਿਹੜੇ ਰੁੱਖੇ ਬੋਲ ਬੋਲਣ ਤੋਂ ਬਚਣਾ, ਤੇ ਹਮੇਸ਼ਾ ਜਿਹਦੇ ਨਾਲ ਵੀ ਗੱਲ ਕਰੋ, ਵੱਡੇ ਨਾਲ ਛੋਟੇ ਨਾਲ ਪ੍ਰੇਮ ਦੇ ਨਾਲ ਗੱਲ ਕਰਨ ਲਈ ਗੁਰੂ ਸਾਹਿਬ ਨੇ ਸਾਨੂੰ ਨਸੀਹਤ ਕੀਤੀ ਆ। ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਸਹਿਜ ਤੇ ਸਬਰ ਸੰਤੋਖ ਰੱਖਣਾ। ਸੋ ਗੁਰੂ ਸਾਹਿਬ ਨੇ ਸਾਨੂੰ ਸਹਿਜ ਰੱਖਣ ਲਈ ਤੇ ਸਬਰ ਸੰਤੋਖ ਰੱਖਣ ਦੀ ਵੀ ਸਿੱਖਿਆ ਦਿੱਤੀ ਹੈ। ਇਹਦੇ ਲਈ ਗੁਰੂ ਸਾਹਿਬ ਦਾ ਫਰਮਾਨ ਹੈ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ। ਇਹਦੇ ਵਿੱਚ ਸਵਾਲ ਕੀਤਾ ਗੁਰੂ ਸਾਹਿਬ ਨੇ ਪਹਿਲੀ ਤੁਕ 'ਚ, ਦੂਜੀ ਤੁਕ ਦੇ ਵਿੱਚ ਜਵਾਬ ਦਿੱਤਾ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ। ਤੇ ਗੁਰੂ ਸਾਹਿਬ ਸਵਾਲ ਕਰਦੇ ਆ ਕਿ ਉਹਨਾਂ ਜਿਹੜੇ ਆ ਤੁਸੀਂ ਸੁਹਾਗਣਾ ਭੈਣਾਂ ਨੂੰ ਜਿਨ੍ਹਾਂ ਨੇ ਆਪਣਾ ਪ੍ਰਭੂ ਪਤੀ ਨੂੰ ਪਾ ਲਿਆ ਤੇ ਕਿਵੇਂ ਪਾਇਆ ਉਹਨਾਂ ਨੂੰ ਪੁੱਛੋ। ਤੇ ਉਹ ਦੂਸਰੇ 'ਚ ਜਵਾਬ ਦਿੰਦੇ ਆ, ਸਹਿਜ ਸੰਤੋਖ ਤੇ ਮਿੱਠਾ ਬੋਲਣ ਦਾ ਸ਼ਿੰਗਾਰ ਕਰਕੇ ਅਸੀਂ ਪ੍ਰਭੂ ਪਤੀ ਨੂੰ ਪ੍ਰਾਪਤ ਕਰ ਲਿਆ। ਸੋ ਇਹ ਗੁਣ ਸਾਡਾ ਜਿਹੜਾ ਆਮ ਜੀਵਨ ਦੇ ਵਿੱਚ ਵੀ, ਪਰਿਵਾਰਾਂ ਦੇ ਵਿੱਚ ਵੀ ਬਹੁਤ ਕੰਮ ਆਉਂਦਾ। ਜੇ ਅਸੀਂ ਸਹਿਜ ਰੱਖਾਂਗੇ, ਸੰਤੋਖ ਰੱਖਾਂਗੇ, ਇੱਕ ਦੂਜੇ ਦੀ ਗੱਲ ਨੂੰ ਜਰ ਲਵਾਂਗੇ, ਇੱਕ ਦੂਜੇ ਨੂੰ ਜਿਹੜਾ ਭੱਜ ਕੇ ਨਹੀਂ ਪਵਾਂਗੇ, ਇੱਕ ਦੂਜੇ ਦੀ ਗੱਲ ਨੂੰ ਕੱਟਾਂਗੇ ਨਹੀਂ, ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਾਂਗੇ, ਤਾਂ ਅਸੀਂ ਵੀ, ਸਾਡੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਦਾ ਨਿਵਾਸ ਹੋ ਸਕਦਾ। ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਖਿਮਾ ਤੇ ਨਿਮਰਤਾ। ਖਿਮਾ ਤੇ ਨਿਮਰਤਾ ਦੇ ਲਈ ਸੁਖਮਨੀ ਸਾਹਿਬ ਦਾ ਬਹੁਤ ਪਿਆਰਾ ਸ਼ਲੋਕ ਆ, ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਸੋ ਇਹਦੇ ਵਿੱਚ ਸਾਨੂੰ ਇਹਦਾ ਸਾਰਿਆਂ ਨੂੰ ਅਰਥ ਪਤਾ ਹੀ ਆ ਕਿ ਜਿਹੜਾ ਗਰੀਬੀ ਦੇ ਵਿੱਚ ਰਹਿੰਦਾ, ਆਪਣੇ ਆਪ ਨੂੰ ਨੀਵਾਂ ਰੱਖਦਾ, ਨਿਮਰਤਾ 'ਚ ਰਹਿੰਦਾ, ਤੇ ਉਹੀ ਬੰਦਾ ਸੁਖੀ ਵਸਦਾ। ਗੁਰੂ ਸਾਹਿਬ ਕਹਿੰਦੇ ਕਿ ਜਿਹੜੇ ਵੱਡੇ ਵੱਡੇ ਹੰਕਾਰ ਕਰਨ ਵਾਲੇ, ਉਹਨਾਂ ਨੇ ਤਾਂ ਹੰਕਾਰ 'ਚ ਹੀ ਆਪਣੀ ਜ਼ਿੰਦਗੀ ਗਾਲ ਦਿੱਤੀ ਆ। ਸੋ ਇਹ ਸ਼ਲੋਕ ਆਪਾਂ ਸੁਖਮਨੀ ਸਾਹਿਬ 'ਚ ਆਮ ਪੜ੍ਹਦੇ ਆ, ਜਿਹੜਾ ਨਿਮਰਤਾ ਤੇ ਆ। ਤੇ ਇੱਕ ਹੋਰ ਸ਼ਲੋਕ ਸਾਧ ਸੰਗਤ ਜੀ, ਗੁਰੂ ਸਾਹਿਬ ਦਾ ਫਰਮਾਨ ਹੈ, ਧਰਤ ਰਾਜੂ ਤੋਲੀਏ ਨਿਵੇਸੋ ਗੌਰਾ ਹੋਏ। ਗੁਰੂ ਸਾਹਿਬ ਕਹਿੰਦੇ ਆ ਕਿ ਅੱਗੇ ਆਪਾਂ ਤੱਕੜੀ ਨਾਲ ਤੋਲਦੇ ਹੁੰਦੇ ਸੀ, 2 ਪਲੜੇ ਹੁੰਦੇ ਸੀਗੇ, 2 ਛਾਬੇ, ਹੁਣ ਤਾਂ ਡਿਜੀਟਲ ਆ ਗਏ ਆ ਕੰਡੇ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਆਪਾਂ ਤੱਕੜੀ ਨਾਲ ਤੋਲਦੇ ਆ ਤੇ ਜਿਹੜਾ ਮਤਲਬ ਭਾਰਾ ਪਾਸਾ ਹੁੰਦਾ ਉਹੀ ਨੀਵਾਂ ਹੁੰਦਾ। ਸੋ ਜਿਹੜਾ ਬੰਦਾ, ਉਹੀ ਬੰਦੇ 'ਚ ਨਿਮਰਤਾ ਆਊਗੀ ਜਿਹੜਾ ਗੁਣਾਂ ਦੇ ਨਾਲ ਭਰਪੂਰ ਹੋਊਗਾ। ਸੋ ਸਾਨੂੰ ਲੋੜ ਆ ਕਿ ਆਪਣੇ ਵਿੱਚ ਅਸੀਂ ਗੁਣ ਪੈਦਾ ਕਰੀਏ, ਤੇ ਤਾਂ ਹੀ ਸਾਡੇ ਵਿੱਚ ਨਿਮਰਤਾ ਵੀ ਆਉਣੀ ਆ। ਤੇ ਇਹ ਗੁਣਾਂ ਦਾ ਵੀ ਹੰਕਾਰ ਨਾ ਕਰੀਏ, ਗੁਣ ਵੀ ਸਾਡੇ ਵਿੱਚ ਹੋਵੇ, ਤੇ ਤਾਂ ਵੀ ਅਸੀਂ ਨਿਮਰਤਾ ਰੱਖੀਏ ਕਿ ਗੁਰੂ ਸਾਹਿਬ ਦੇ ਦਿੱਤੇ ਹੋਏ ਸਾਰੇ ਗੁਣ ਆ। ਤੇ ਅੱਗੇ ਇੱਕ ਹੋਰ ਫਰਮਾਨ ਹੈ ਪਹਿਲੇ ਪਾਤਸ਼ਾਹ ਦਾ, ਖਿਮਾ ਗਹੀ ਬ੍ਰਤ ਸੀਲ ਸੰਤੋਖੰ, ਰੋਗ ਨਾ ਵਿਆਪੇ ਨਾ ਜਮ ਦੋਖੰ। ਤੇ ਗੁਰੂ ਸਾਹਿਬ ਨੇ ਇਹਦੇ ਵਿੱਚ ਸਾਨੂੰ ਕਿਹਾ ਕਿ ਜਿਹੜੇ ਲੋਕੀ ਖਿਮਾ ਗਹੀ ਦਾ ਮਤਲਬ ਖਿਮਾ ਕਰਨਾ। ਕਹਿੰਦੇ ਆ ਕਿ ਖਿਮਾ ਮੰਗਣ ਦੇ ਨਾਲੋਂ ਜਿਹੜਾ ਖਿਮਾ ਕਰਨ ਵਾਲਾ ਜ਼ਿਆਦਾ ਮਹਾਨ ਹੁੰਦਾ। ਸਾਧ ਸੰਗਤ ਜੀ, ਆਪਾਂ ਨੂੰ ਤਾਂ 10ਵੇਂ ਪਾਤਸ਼ਾਹ ਨੇ ਬੇਦਾਵਾ ਪਾੜ ਕੇ ਖਿਮਾ ਕਰਨ ਦੀ ਜਾਚ ਸਿਖਾਈ ਆ, ਪਰ ਅਸੀਂ ਸਾਲਾਂ ਬੱਧੀ ਕੀ ਸਾਰੀ ਜ਼ਿੰਦਗੀ ਅਸੀਂ ਆਪਣੇ ਅੰਦਰ ਜਿਹੜਾ ਉਹਨਾਂ ਦੇ ਲਈ ਵੈਰ ਵਿਰੋਧ ਪਾੜ ਰੱਖਦੇ ਹਾਂ, ਜਿਹਨੇ ਕਦੀ ਸਾਡਾ ਮਨ ਦੁਖੀ ਕੀਤਾ ਹੁੰਦਾ ਹੈ ਨਾ, ਅਸੀਂ ਉਹਨੂੰ ਖਿਮਾ ਨਹੀਂ ਕਰਦੇ। ਤੇ ਜੇ ਅਸੀਂ ਉਹਨੂੰ ਖਿਮਾ ਕਰ ਦਈਏ ਤੇ ਇਹਦੇ ਨਾਲ ਉਹਦਾ ਭਲਾ ਤਾਂ ਹੋਣਾ ਹੀ ਹੋਣਾ, ਤੇ ਉਹਦੇ ਨਾਲ ਸਾਡਾ ਭਲਾ ਪਹਿਲਾਂ ਹੋਣਾ, ਸਾਡੇ ਮਨ ਤੋਂ ਭਾਰ ਉਤਰ ਜਾਣਾ। ਹਾਂ, ਬੰਦੇ ਨੇ, ਇਹਨੇ ਮੈਨੂੰ ਕਦੇ ਦੁਖੀ ਕੀਤਾ ਸੀ, ਮੈਂ ਇਹਨੂੰ ਦਿਲੋਂ ਮਾਫ ਕਰ ਦਿੱਤਾ। ਸੋ ਮਾਫ ਕਰ ਦੇਣ ਦਾ ਗੁਣ ਜਿਹੜਾ ਉਹ ਬਹੁਤ ਵੱਡਾ ਆ। ਤੇ ਜੇ ਆਪਾਂ ਕਿਸੇ ਦੀ ਵਧੀਕੀ ਸਹਾਰ ਵੀ ਲਈ ਆ, ਸਹਾਰ ਕੇ ਉਹਨੂੰ ਮਾਫ ਕਰ ਦਿਓ, ਤੇ ਮਿੱਠਾ ਸੁਭਾਅ ਤੇ ਸੰਤੋਖ ਸਾਡਾ ਨਿੱਤ ਦਾ ਕਰਮ ਬਣ ਜਾਣ। ਗੁਰੂ ਸਾਹਿਬ ਕਹਿੰਦੇ ਆ, ਤੇ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਰੋਗ ਨਹੀਂ ਆ ਸਕਦਾ, ਨਾ ਸਾਨੂੰ ਜਮਾਂ ਦਾ ਡਰ ਰਹੂਗਾ, ਤੇ ਨਾ ਸਾਨੂੰ ਜਿਹੜਾ ਕੋਈ ਰੋਗ ਆਊਗਾ, ਵਿਸ਼ੇ ਵਿਕਾਰ ਕੋਈ ਸਾਡੇ ਨੇੜੇ ਆਊਗਾ। ਤੇ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਪਰਉਪਕਾਰ ਤੇ ਭਲਾਈ ਕਰਨਾ। ਤੇ ਪਰਉਪਕਾਰ ਤੇ ਭਲਾਈ ਕਰਨ ਦੇ ਆਮ ਮੁਹਾਵਰੇ ਜਿਹੜੇ ਆ ਉਹ ਬਹੁਤ ਪ੍ਰਚਲਿਤ ਆ। ਘਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਨੇਕੀ ਕਰ ਔਰ ਕੁਏਂ ਮੇਂ ਡਾਲ। ਸੋ ਆਪਾਂ ਭਲਾਈ ਵੀ ਕਰਦੇ ਰਹਿਣਾ ਆ। ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਆ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਵੀ ਜਿਹੜਾ ਬੰਦਾ ਆਪਣੇ ਮਨ ਦੇ ਵਿੱਚ ਕਿਸੇ ਲਈ ਕਦੇ ਬੁਰਾ ਨਹੀਂ ਸੋਚਦਾ, ਤੇ ਉਹਨੂੰ ਆਪ ਨੂੰ ਵੀ ਕੋਈ ਦੁੱਖ ਨਹੀਂ ਆ ਸਕਦਾ, ਹੈ ਨਾ। ਤੇ ਸੋ ਆਪਾਂ ਕੋਸ਼ਿਸ਼ ਕਰਨੀ ਆ ਕਿ ਸਾਡੇ ਮਨ ਦੇ ਵਿੱਚ ਕਿਸੇ ਲਈ ਬੁਰਾ ਵਿਚਾਰ ਆਵੇ ਨਾ। ਕਿਸੇ ਦਾ ਬੁਰਾ ਕਰਨਾ ਤੇ ਇੱਕ ਪਾਸੇ ਰਿਹਾ, ਆਪਾਂ ਬੁਰਾ ਸੋਚਣਾ ਵੀ ਨਹੀਂ।
ਜਿਹੜਾ ਕਹਿੰਦੇ ਅਸੀਂ ਮਨ ਦੇ ਵਿੱਚ ਸੋਚ ਲੈਂਦੇ ਨਾ ਕਿਸੇ ਲਈ ਬੁਰਾ, ਤੇ ਉਹ ਵੀ ਜਿਹੜਾ ਸਾਡਾ ਮਾੜੇ ਕਰਮ ਦੇ ਵਿੱਚ ਲਿਖਿਆ ਜਾਂਦਾ। ਸੋ ਕੋਸ਼ਿਸ਼ ਕਰਨੀ ਆ ਸਾਧ ਸੰਗਤ ਜੀ ਕਿ ਕਿਸੇ ਲਈ ਬੁਰਾ ਨਾ ਹੀ ਸੋਚਿਆ ਜਾਵੇ। ਅਗਲਾ ਪੁਆਇੰਟ ਹੈ ਸਮਦ੍ਰਿਸ਼ਟੀ। ਸਮਦ੍ਰਿਸ਼ਟੀ ਹੈ ਕਿ ਜਦੋਂ ਆਪਾਂ ਦੁੱਖ ਸੁੱਖ ਨੂੰ, ਮਾਨ ਅਪਮਾਨ ਨੂੰ ਤੇ ਸਾਰਿਆਂ ਨੂੰ ਬਰਾਬਰ ਸਮਝਣਾ। ਉਹਦੇ ਲਈ ਨੌਵੇਂ ਪਾਤਸ਼ਾਹ ਦਾ ਬਹੁਤ ਸੋਹਣਾ ਇੱਕ ਉਹਨਾਂ ਦਾ ਸ਼ਲੋਕ ਹੈ ਸਮਦ੍ਰਿਸ਼ਟੀ ਲਈ। ਸੁਖ ਦੁੱਖ ਦੋਨੋਂ ਸਮ ਘਰ ਜਾਣੇ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਗੁਰੂ ਸਾਹਿਬ ਕਹਿੰਦੇ ਜਿਹੜਾ ਸੁੱਖ ਦੇ ਵਿੱਚ ਦੁੱਖ ਦੇ ਵਿੱਚ ਦੋਨਾਂ ਦੇ ਵਿੱਚ ਆਪਣੀ ਮਨ ਦੀ ਸਥਿਤੀ ਨੂੰ ਸਮਾਨ ਰੱਖਦਾ, ਬਰਾਬਰ ਰੱਖਦਾ। ਮਤਲਬ ਜੇ ਸੁੱਖ ਆ ਗਿਆ ਤਾਂ ਉਹ ਸੁੱਖ ਦੇ ਵਿੱਚ ਇਹ ਨਹੀਂ ਨੱਚਣ ਟੱਪਣ ਨਹੀਂ ਲੱਗ ਜਾਂਦਾ, ਜਾਂ ਹਉਮੈ ਚ ਨਹੀਂ ਆ ਜਾਂਦਾ, ਈਗੋ ਚ ਨਹੀਂ ਆ ਜਾਂਦਾ। ਜੇ ਦੁੱਖ ਆ ਗਿਆ ਤਾਂ ਢੇਰੀ ਢਾ ਕੇ ਨਹੀਂ ਬਹਿੰਦਾ, ਬਰਾਬਰ ਜਾਣਦਾ। ਜੇ ਉਹਦਾ ਕੋਈ ਆਦਰ ਕਰੇ, ਕੋਈ ਵਡਿਆਈ ਕਰੇ, ਤਾਂ ਵੀ ਉਹਦੇ ਮਨ ਤੇ ਕੋਈ ਅਸਰ ਨਹੀਂ ਹੁੰਦਾ, ਨਾ ਉਹ ਵਡਿਆਈ ਸੁਣ ਕੇ ਬਹੁਤਾ ਫੁੱਲ ਜਾਂਦਾ। ਤੇ ਜੇ ਕੋਈ ਨਿਰਾਦਰ ਕਰ ਦੇਵੇ ਤੇ ਤਾਂ ਵੀ ਉਹਦੀ ਵੀ ਪਰਵਾਹ ਨਹੀਂ ਕਰਦਾ, ਨਿਰਾਦਰੀ ਦੀ ਵੀ। ਤੇ ਗੁਰੂ ਸਾਹਿਬ ਕਹਿੰਦੇ ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਜਿਹੜਾ ਇਸ ਤਰ੍ਹਾਂ ਬੰਦਾ ਗਮੀ ਖੁਸ਼ੀ ਦੇ ਵਿੱਚ ਸਮਾਨ ਰੱਖਦਾ ਆਪਣੇ ਮਨ ਦੀ ਸਥਿਤੀ ਨੂੰ, ਤੇ ਉਹਨੇ ਜ਼ਿੰਦਗੀ ਦਾ ਰਾਜ ਸਮਝ ਲਿਆ। ਸੋ ਆਪਾਂ ਕੋਸ਼ਿਸ਼ ਕਰਨੀ ਆ ਕਿ ਜਿਹੜੀ ਗਮੀ ਖੁਸ਼ੀ ਆ ਉਹਦਾ ਸਾਡੇ ਮਨ ਤੇ ਬਹੁਤਾ ਅਸਰ ਨਾ ਹੋਵੇ। ਸਾਡੇ ਤਾਂ ਗੁਰੂ ਸਾਹਿਬ ਨੇ ਸਾਧ ਸੰਗਤ ਜੀ ਸਾਨੂੰ ਗਮੀ ਦੇ ਵਿੱਚ ਵੀ ਆਨੰਦ ਸਾਹਿਬ ਪੜ੍ਹਨ ਲਈ ਕਿਹਾ, ਤੇ ਖੁਸ਼ੀ ਦੇ ਵਿੱਚ ਵੀ ਆਨੰਦ ਸਾਹਿਬ ਪੜ੍ਹਨ ਲਈ ਕਿਹਾ। ਤੇ ਸੋ ਆਪਾਂ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹਮੇਸ਼ਾ। ਤੇ ਜਾਂ ਜੇ ਦੁੱਖ ਵੀ ਆਇਆ ਤਾਂ ਆਪਾਂ ਕਹਿ ਦਈਏ ਵੀ ਇਹ ਵੀ ਤੇਰੀ ਰਹਿਮਤ ਹੀ ਆ, ਚਲੋ ਇਹ ਵੀ ਤੇਰੇ ਭਾਣੇ ਦੇ ਵਿੱਚ ਹੀ ਆਇਆ, ਉਹਦੇ ਭਾਣੇ ਨੂੰ ਮੰਨਣਾ। ਤੇ ਅਗਲਾ ਸਾਧ ਸੰਗਤ ਜੀ ਪੁਆਇੰਟ ਹੈ ਨਿਰਲੇਪਤਾ। ਨਿਰਲੇਪਤਾ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਗੁਰੂ ਸਾਹਿਬ ਨੇ ਕਿਹਾ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਕਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਨਿਰਲੇਪ ਰਹਿਣਾ ਮੋਹ ਮਾਇਆ ਦੇ ਵਿੱਚ। ਗੁਰੂ ਸਾਹਿਬ ਮਿਸਾਲਾਂ ਬੜੀਆਂ ਸਾਨੂੰ ਆਮ ਜੀਵਨ ਦੇ ਵਿੱਚੋਂ ਦਿੰਦੇ ਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਆਪਾਂ ਮੋਹ ਮਾਇਆ ਦੇ ਵਿੱਚ ਰਹਿੰਦੇ ਹੋਏ ਗ੍ਰਸਤ ਛੱਡ ਕੇ ਵੀ ਨਹੀਂ ਭੱਜਣਾ, ਮਾਇਆ ਛੱਡ ਕੇ ਵੀ ਨਹੀਂ ਭੱਜਣਾ। ਇਹ ਨਹੀਂ ਵੀ ਜੋਗੀਆਂ ਦੇ ਵਾਂਗ ਆਪਾਂ ਜਾ ਕੇ ਉੱਥੇ ਪਹਾੜਾਂ ਦੀਆਂ ਕੁੰਦਰਾਂ 'ਚ ਬਹਿ ਗਏ, ਜਾਂ ਆਪਾਂ ਬੋਧੀਆਂ ਦੇ ਵਾਂਗ ਭਿਕਸ਼ੂ ਬਣ ਗਏ। ਇਹ ਨਹੀਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਤੁਸੀਂ ਕਿਰਤ ਕਮਾਈ ਵੀ ਕਰਨੀ ਆ, ਮਾਇਆ ਦੇ ਵਿੱਚ ਵੀ ਰਹਿਣਾ, ਗ੍ਰਸਤ ਵੀ ਭੋਗਣਾ, ਤੇ ਤੁਸੀਂ ਮਾਇਆ ਤੋਂ ਨਿਰਲੇਪ ਵੀ ਰਹਿਣਾ। ਕਿਵੇਂ ਰਹਿਣਾ? ਗੁਰੂ ਸਾਹਿਬ ਨੇ ਮਿਸਾਲ ਦਿੱਤੀ ਆ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਖਿੜਦਾ ਤੇ ਉਹਦੀ ਜੜ, ਉਹਦਾ ਤਣਾ ਸਾਰਾ ਪਾਣੀ ਦੇ ਵਿੱਚ ਡੁੱਬਿਆ ਹੁੰਦਾ, ਪਰ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਪਾਣੀ ਦੇ ਉੱਪਰ ਰਹਿੰਦਾ। ਇੱਕ ਮਿਸਾਲ ਗੁਰੂ ਸਾਹਿਬ ਨੇ ਹੋਰ ਦਿੱਤੀ ਆ ਕਿ ਜਿਵੇਂ ਮੁਰਗਾਬੀ ਜਿਹੜੀ ਆ ਉਹ ਪਾਣੀ ਦੇ ਉੱਤੇ ਤਰਦੀ ਆ, ਪਰ ਆਪਣੇ ਉਹ ਖੰਭ ਨਹੀਂ ਗਿੱਲੇ ਹੋਣ ਦਿੰਦੀ। ਇੱਥੇ ਆਪਾਂ ਆਮ ਦੇਖਿਆ ਕਿ ਲੇਕ ਦੇ ਵਿੱਚ ਮੁਰਗਾਬੀਆਂ ਤਰਦੀਆਂ ਹੁੰਦੀਆਂ, ਤੇ ਜਦੋਂ ਉਹਨਾਂ ਦਾ ਦਿਲ ਕਰੇ ਤੇ ਉਹ ਉੱਡ ਕੇ ਦੂਜੀ ਲੇਕ ਤੇ ਚਲੀਆਂ ਜਾਂਦੀਆਂ, ਇੱਕਦਮ ਪਾਣੀ 'ਚ ਤਰਦੀਆਂ। ਇਹਦਾ ਮਤਲਬ ਆ ਕਿ ਉਹ ਆਪਣੇ ਖੰਭ ਨਹੀਂ ਗਿੱਲੇ ਹੋਣ ਦਿੰਦੀਆਂ। ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਮਾਇਆ ਦੇ ਵਿੱਚ ਰਹਿੰਦੇ ਹੋਏ ਮਾਇਆ ਨੂੰ ਆਪਣੇ ਤੇ ਸਵਾਰ ਨਹੀਂ ਹੋਣ ਦੇਣਾ, ਮਾਇਆ ਦੇ ਵਿੱਚ ਡੁੱਬ ਨਹੀਂ ਜਾਣਾ, ਤੇ ਤੁਸੀਂ ਇਹ ਮੁਰਗਾਬੀ ਦੀ ਤਰ੍ਹਾਂ ਜਾਂ ਕਮਲ ਦੇ ਫੁੱਲ ਦੀ ਤਰ੍ਹਾਂ ਮਾਇਆ 'ਚ ਰਹਿੰਦੇ ਹੋਏ ਮਾਇਆ 'ਚੋਂ ਨਿਰਲੇਪ ਰਹਿਣਾ। ਤੇ ਇਹ ਤਾਂ ਹੀ ਜਿਹੜੇ ਆਪਾਂ ਸਾਡਾ ਪਾਰ ਉਤਾਰਾ ਹੋਣਾ, ਤੇ ਤਾਂ ਹੀ ਅਸੀਂ ਸੱਚੀ ਜੀਵਨ ਜਾਚ ਨੂੰ ਅਪਣਾ ਕੇ ਤੇ ਸਾਡੀ ਪਰਮਾਤਮਾ ਦੇ ਨਾਲ ਸੁਰਤ ਤਾਂ ਹੀ ਜੋੜਨੀ। ਜੇ ਅਸੀਂ ਮਾਇਆ ਦੇ ਵਿੱਚ ਖੱਚਤ ਹੋ ਗਏ, ਸਾਡਾ ਮਨ ਜਿਹੜਾ ਉਹ ਸ਼ਬਦ ਦੇ ਵਿੱਚ ਨਹੀਂ ਜੋੜਨਾ, ਤੇ ਨਾ ਤਾਂ ਅਸੀਂ ਦੁਨਿਆਵੀ ਕੰਮ ਜਿਹੜੇ ਆ ਸ਼ਾਂਤੀ ਨਾਲ ਕਰ ਸਕਣੇ ਆ, ਆਪਣਾ ਜੀਵਨ ਜਿਹੜਾ ਠੀਕ ਤਰ੍ਹਾਂ ਜਿਹੜਾ ਸੱਚੀ ਜੀਵਨ ਜਾਚ ਨੂੰ ਅਪਣਾ ਸਕਣਾ, ਤੇ ਨਾ ਅਸੀਂ ਪਰਮਾਤਮਾ ਨਾਲ ਸੁਰਤ ਜੋੜ ਸਕਦੇ ਹਾਂ। ਤੇ ਅਗਲੇ ਕੁਝ ਹੋਰ ਗੁਣਾਂ ਦੀ ਵੀ ਗੁਰੂ ਸਾਹਿਬ ਨੇ ਇਸ ਤੋਂ ਬਿਨਾਂ ਗੱਲ ਕੀਤੀ ਆ। ਉਹ ਗੁਣ ਹੋਰ ਕਿਹੜੇ ਆ ਜਿਹੜੇ ਆਪਾਂ ਨੂੰ ਜੀਵਨ 'ਚ ਧਾਰਨ ਕਰਨ ਦੀ ਲੋੜ ਆ? ਉਹਦੇ ਵਿੱਚ ਆ ਗਿਆ ਧਰਮ ਦੀ ਕਿਰਤ ਤੇ ਦਸਵੰਧ। ਇਹ ਧਰਮ ਦੀ ਕਿਰਤ ਸਾਧ ਸੰਗਤ ਜੀ ਸਾਨੂੰ ਸਾਡਾ ਜਿਹੜਾ ਸਿੱਖੀ ਦਾ ਸਿੱਖ ਧਰਮ ਆ, ਉਹਦੀ ਤਾਂ ਬੁਨਿਆਦ ਹੀ ਕਿਰਤ ਆ, ਹਨਾ। ਨਾ ਸਾਨੂੰ ਗੁਰੂ ਨਾਨਕ ਦੇਵ ਜੀ ਨੇ 3 ਸਿਧਾਂਤ ਦਿੱਤੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਭ ਤੋਂ ਪਹਿਲਾ ਸਿਧਾਂਤ ਕਿਰਤ ਕਰੋ ਦਾ ਹੀ ਆ, ਹਨਾ। ਤੇ ਸਾਨੂੰ ਸੁੱਚੀ ਕਿਰਤ ਕਰਨ ਦੇ ਲਈ ਕਿਹਾ, ਇਮਾਨਦਾਰੀ ਦੀ ਕਿਰਤ ਕਰਨ ਦੇ ਲਈ ਕਿਹਾ, ਤੇ ਫਿਰ ਉਹਦੇ ਵਿੱਚੋਂ ਆਪਾਂ ਜਿਹੜਾ ਕੁਛ ਨਾ ਕੁਛ ਲੋੜਵੰਦਾਂ ਨੂੰ ਵੀ ਦੇਣਾ, ਲੋੜਵੰਦਾਂ ਦੇ ਨਾਲ ਵੀ ਵੰਡ ਕੇ ਛਕਣਾ। ਆਪਾਂ ਮਿਹਨਤ ਦੀ ਕਮਾਈ ਕਰਨੀ, ਆਪ ਵੀ ਖਾਣੀ ਆ ਤੇ ਦੂਜਿਆਂ ਨੂੰ ਵੀ ਦੇਣੀ ਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਜ਼ਿੰਦਗੀ ਦੀ ਸਹੀ ਰਾਹ ਉਹਨੇ ਪਛਾਣ ਲਈ ਆ, ਜਿਹੜਾ ਬੰਦਾ ਮਿਹਨਤ ਦੀ ਕਮਾਈ ਕਰਦਾ ਤੇ ਉਹਦੇ ਵਿੱਚੋਂ ਦਸਵੰਧ ਕੱਢ ਕੇ ਕਿਸੇ ਦੂਜੇ ਨੂੰ ਵੀ ਦੂਜੇ ਦਾ ਵੀ ਜਿਹੜਾ ਭਲਾ ਕਰਦਾ, ਕਿਸੇ ਦੂਜੇ ਦੀ ਵੀ ਲੋੜ ਪੂਰੀ ਕਰਦਾ। ਤੇ ਉਸ ਤੋਂ ਬਾਅਦ ਸਾਧ ਸੰਗਤ ਜੀ
अगला पॉइंट है औरत दा सत्कार। औरत दा सत्कार जिस वेले गुरु नानक देव जी प्रगट होया दुनिया दे विच, उस वेले तुहानूं पता ही औरत दी की हालत सीगी। ਉਹਨੂੰ पैर दी जुत्ती समझिया जांदा सी ते बहुत नीवां समझिया जांदा सी औरत नूं, है ना। ते पर गुरु साहब ने बड़ी क्रांतिकारी आवाज़ उठाई आ औरत दे हक दे विच। उन्हां ने कहा, भंड जम्मीए भंड निम्मीए भंड मंगण विआहो, भंडो होवै दोस्ती भंडो चले चलै राहो, भंड मुआ भंड भालिए भंड होवै बंदान, सो क्यों मंदा आखिए जित जम्मे राजान। सो ये पूरा शब्द है आसा जी दी वार दे विच, हर रोज पढ़िया जांदा सवेरे गुरु घरां च। ते गुरु साहब कहंदे आ कि तुसीं भंड हुंदा औरत, तुसीं औरत दे इस्त्री दे ਤੋਂ ਹੀ ਤਾਂ ਜਨਮ ਲੈਂਦੇ ਆ। ਇਸਤਰੀ ਦੇ ਅੰਦਰ ਤੁਹਾਡਾ ਸਰੀਰ ਬਣਦਾ, ਇਸਤਰੀ ਦੇ ਨਾਲ ਤੁਹਾਡਾ ਜਿਹੜਾ ਮੰਗਣੀ ਹੁੰਦੀ ਆ, ਵਿਆਹ ਹੁੰਦਾ ਹੈ ਨਾ, ਤੇ ਇਸਤਰੀ ਦੇ ਨਾਲ ਤੁਹਾਡੀ ਦੋਸਤੀ ਹੁੰਦੀ ਆ, ਇਸਤਰੀ ਦੇ ਨਾਲ ਸ੍ਰਿਸ਼ਟੀ ਦੀ ਰਚਨਾ ਹੁੰਦੀ ਆ। ਇੱਕ ਔਰਤ ਮਰ ਜਾਂਦੀ ਆ ਤਾਂ ਮਰਦ ਦੂਜੀ ਭਾਲਣ ਤੁਰ ਪੈਂਦਾ, ਦੂਜਾ ਵਿਆਹ ਕਰਨ ਤੁਰ ਪੈਂਦਾ, ਫਿਰ ਔਰਤ ਨੂੰ ਭਾਲਦਾ ਹੈ ਨਾ। ਤੇ ਉਹਨੂੰ ਮੰਦਾ ਕਿਉਂ ਕਹਿੰਦੇ ਆ? ਜਿਹੜੀ ਰਾਜਿਆਂ ਦੀ ਵੀ ਜਨਮ ਦਾਤੀ ਆ, ਹੈ ਨਾ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਗੁਰੂ ਨਾਨਕ ਸਾਹਿਬ ਨੇ ਔਰਤ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਉਠਾਈ ਆ। ਤੇ ਇਹ ਆਪਾਂ ਜੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਆਪਣੇ ਜਿਹੜੇ ਮੇਲ ਮੈਂਬਰ ਆ, ਸਾਡੇ ਜਿਹੜੇ ਬੱਚੇ ਆ, ਮੁੰਡੇ ਆ, ਜੇ ਆਪਾਂ ਉਹਨਾਂ ਨੂੰ ਇਹ ਗੁਰੂ ਸਾਹਿਬ ਦਾ ਜਿਹੜਾ ਫਰਮਾਨ ਆ ਪੱਕਾ ਕਰਾ ਦਈਏ ਕਿ ਔਰਤ ਦਾ ਸਤਿਕਾਰ ਕਰਨ ਦੇ ਲਈ ਸਾਨੂੰ ਗੁਰੂ ਸਾਹਿਬ ਨੇ ਕਿਹਾ, ਤਾਂ ਆ ਜਿਹੜੇ ਸਾਧ ਸੰਗਤ ਜੀ ਜਿਹੜੇ ਰੋਜ਼ ਜਿਨਸੀ ਸ਼ੋਸ਼ਣ ਹੁੰਦੇ ਆ, ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ, ਇਹਨਾਂ ਦੇ ਲਈ ਕਾਨੂੰਨ ਬਣਾਉਣ ਦੀ ਲੋੜ ਨਹੀਂ ਪੈਣੀ, ਇਹ ਆਪਣੇ ਆਪ ਰੁਕ ਜਾਣੇ ਆ। ਤੇ ਇਹ ਤਾਂ ਹੀ ਹੁੰਦੀਆਂ ਕਿਉਂਕਿ ਸਾਡੇ ਘਰਾਂ ਦੇ ਵਿੱਚੋਂ ਇਹ ਸਿੱਖਿਆ ਉੱਡ ਗਈ ਆ, ਗੁਰਬਾਣੀ ਦੀ ਸਿੱਖਿਆ ਕਿ ਔਰਤ ਦਾ ਸਤਿਕਾਰ ਕਰਨ ਲਈ ਵੀ ਗੁਰੂ ਸਾਹਿਬ ਨੇ ਸਾਨੂੰ ਕਿਹਾ। ਸਾਨੂੰ ਭਾਈ ਗੁਰਦਾਸ ਜੀ ਦਾ ਵੀ ਫਰਮਾਨ ਆ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਹਨਾ। ਤੇ ਜੇ ਇਹ ਫਰਮਾਨ ਸਾਡੇ ਮੁੰਡੇ ਪੱਕੇ ਕਰ ਲੈਣ, ਉਹਨਾਂ ਦੇ ਮਨ 'ਚ ਬਹਿ ਜਾਵੇ ਕਿ ਹਰ ਔਰਤ ਦਾ ਆਪਾਂ ਸਤਿਕਾਰ ਕਰਨਾ, ਤਾਂ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਸਹਿਜੇ ਹੀ ਰੁਕ ਸਕਦੀਆਂ। ਤੇ ਅੱਗੋਂ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਦੱਸਿਆ ਕਿ ਪਤੀ ਪਤਨੀ ਦੇ ਸੰਬੰਧ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਹੈ ਨਾ। ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਈਐ ਸੋਏ। ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਅਸੀਂ ਜਿਹੜਾ ਪਤੀ ਪਤਨੀ ਉਹਨਾਂ ਨੂੰ ਨਹੀਂ ਕਹਿ ਸਕਦੇ ਜਿਹੜੇ ਸਰੀਰਕ ਤੌਰ ਤੇ ਇੱਕ ਘਰ 'ਚ ਇਕੱਠੇ ਰਹਿੰਦੇ ਆ, ਉਹ ਨਹੀਂ ਪਤੀ ਪਤਨੀ। ਅਸਲ ਦੇ ਵਿੱਚ ਉਹ ਪਤੀ ਪਤਨੀ ਆ ਜਿਨ੍ਹਾਂ ਦੇ ਅੰਦਰੋਂ ਇੰਨੀ ਕੋਆਰਡੀਨੇਸ਼ਨ ਹੋਵੇ ਆਪਸ ਦੇ ਵਿੱਚ ਕਿ ਜਿਵੇਂ ਆਪਾਂ ਕਹਿੰਦੇ ਜਿਸਮ ਆਤਮਾ ਇੱਕ ਹੋਵੇ, ਦੋ ਜਿਸਮਾਂ 'ਚ ਇੱਕ ਆਤਮਾ ਹੋ ਜਾਵੇ। ਇਸ ਤਰ੍ਹਾਂ ਦੇ ਜਿਹੜੇ ਪਤੀ ਪਤਨੀਆਂ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣ, ਇੱਕ ਦੂਸਰੇ ਦੇ ਦੁੱਖ ਨੂੰ ਸਮਝਣ, ਇੱਕ ਦੂਸਰੇ ਦੇ ਸੁੱਖ 'ਚ ਜਿਹੜੇ ਆ ਖੁਸ਼ੀ ਦੇ ਵਿੱਚ ਖੁਸ਼ ਹੋਣ, ਹੈ ਨਾ। ਤੇ ਉਹਨਾਂ ਨੂੰ ਹੀ ਆਪਾਂ ਅਸਲੀ ਪਤੀ ਪਤਨੀ ਕਹਿੰਦੇ ਆ। ਤੇ ਜੇ ਆਪਾਂ ਇਹ ਗੁਣ ਗੁਰੂ ਸਾਹਿਬ ਦਾ ਦਿੱਤਾ ਹੋਇਆ ਘਰਾਂ 'ਚ ਅਪਣਾ ਲਈਏ ਤਾਂ ਸਾਡੇ ਘਰ ਸਵਰਗ ਬਣ ਜਾਣਗੇ ਸਾਧ ਸੰਗਤ ਜੀ। ਤੇ ਜੇ ਅਸੀਂ ਇੱਕ ਦੂਜੇ ਨੂੰ ਸਮਝਣਾ ਸਿੱਖ ਜਾਈਏ, ਆਪਣੇ ਗਾਣੇ ਵੀ ਹੈਗੇ ਆ, ਤੈਨੂੰ ਤਾਪ ਚੜੇ ਮੈਂ ਹੂੰਗਾ, ਹੈ ਨਾ, ਜਾਂ ਉਹ ਦੋ ਜਿਸਮ ਮਗਰ ਇੱਕ ਜਾਨ ਹੈ ਹਮ, ਇਸ ਤਰ੍ਹਾਂ ਦੇ ਗਾਣੇ ਬਣੇ ਹੋਏ ਆ ਨਾ। ਤੇ ਇਹ ਕਹਿਣ ਦੀਆਂ ਗੱਲਾਂ ਪਰ ਅਸੀਂ ਹੁੰਦੇ ਨਹੀਂ। ਅਸੀਂ ਆਪਣੇ ਘਰ ਪਰਿਵਾਰਾਂ 'ਚ ਨਜ਼ਰ ਮਾਰੀਏ, ਬਹੁਤ ਘੱਟ ਪਰਿਵਾਰ ਆ, ਮੈਂ ਕਹਿੰਦੀ ਹਾਂ ਭਾਗਾਂ ਵਾਲੇ ਪਰਿਵਾਰ ਆ ਜਿੱਥੇ ਪਤੀ ਪਤਨੀ ਦੇ ਆਪਸ ਵਿੱਚ ਇਸ ਤਰ੍ਹਾਂ ਦੇ ਸੁਖਾਵੇਂ ਸੰਬੰਧ ਹੈ। ਸੋ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ ਕੁਦਰਤ ਨਾਲ ਪਿਆਰ। ਸਾਧ ਸੰਗਤ ਜੀ ਜਿਹੜਾ ਕੁਦਰਤ ਨਾਲ ਪਿਆਰ ਤੇ ਵਾਤਾਵਰਨ ਦੀ ਸੰਭਾਲ, ਤੇ ਸਾਨੂੰ ਜਿਹੜਾ ਪਰਮਾਤਮਾ ਆ ਉਹਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਉਹਦੇ ਵਿੱਚ ਉਹ ਬਿਰਾਜਮਾਨ ਵੀ ਆ। ਏਦਾਂ ਨਹੀਂ ਪਰਮਾਤਮਾ ਨੇ ਕੀਤਾ ਕਿ ਉਹ ਸ੍ਰਿਸ਼ਟੀ ਦੀ ਰਚਨਾ ਕਰਕੇ ਤੇ ਆਪ ਇੱਕ ਪਾਸੇ ਹੋ ਕੇ ਬਹਿ ਗਿਆ। ਆਪਾਂ ਉਹਨੂੰ ਸਰਗੁਣ ਤੇ ਨਿਰਗੁਣ ਦੋ ਸਰੂਪ ਉਹਦੇ ਮੰਨਦੇ ਆ ਕਿ ਉਹਨੇ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਰਚਨਹਾਰਾ ਵੀ ਆ ਤੇ ਉਹਦੇ ਵਿੱਚ ਬਿਰਾਜਮਾਨ ਵੀ ਆ, ਹਰ ਕਣ ਕਣ ਦੇ ਵਿੱਚ ਬਿਰਾਜਮਾਨ ਆ, ਹਰ ਜੀਵ ਦੇ ਵਿੱਚ, ਸਾਰੀ ਕੁਦਰਤ ਦੇ ਵਿੱਚ। ਕੁਦਰਤ ਉਹਨੇ ਬਣਾਈ ਵੀ ਆ ਤੇ ਕੁਦਰਤ ਦੇ ਵਿੱਚ ਬਿਰਾਜਮਾਨ ਵੀ ਆ। ਹੁਣ ਜੇ ਉਹ ਪਰਮਾਤਮਾ ਸਾਡੇ ਅੰਦਰ ਵੀ ਵਸਦਾ, ਉਹ ਪਰਮਾਤਮਾ ਕੁਦਰਤ ਦੇ ਵਿੱਚ ਵੀ ਵਸਦਾ, ਹਰ ਜੀਵ ਦੇ ਵਿੱਚ ਵਸਦਾ, ਤਾਂ ਸਾਨੂੰ ਹਰ ਜੀਵ ਦੇ ਨਾਲ, ਸਾਰੀ ਕੁਦਰਤ ਦੇ ਨਾਲ ਪਿਆਰ ਕਰਨਾ ਚਾਹੀਦਾ। ਬਲਿਹਾਰੀ ਕੁਦਰਤ ਵਸਿਆ ਤੇ ਰੰਤ ਨ ਜਾਈ ਲਖਿਆ, ਆਪਾਂ ਰੋਜ਼ ਪੜ੍ਹਦੇ ਹਾਂ ਆਸਾ ਜੀ ਦੀ ਵਾਰ ਦੇ ਵਿੱਚ। ਸੋ ਕੁਦਰਤ ਦੇ ਵਿੱਚ ਜਿਹੜਾ ਵਸ ਰਿਹਾ ਪਰਮਾਤਮਾ, ਆਪਾਂ ਉਹਦਾ ਅੰਤ ਨਹੀਂ ਪਾ ਸਕਦੇ, ਕੁਦਰਤ ਨੂੰ ਪਿਆਰ ਕਰ ਸਕਦੇ ਹਾਂ। ਕੁਦਰਤ ਕਵਣ ਕਹਾ ਵਿਚਾਰ ਜਪਜੀ ਸਾਹਿਬ 'ਚ ਵੀ ਆਉਂਦਾ। ਤੇ ਸੋ ਆਪਾਂ ਕੁਦਰਤ ਨੂੰ ਪਿਆਰ ਕਰਨਾ, ਜਿਹੜਾ ਉਹੀ ਪਰਮਾਤਮਾ ਨੂੰ ਪਿਆਰ ਕਰਨਾ, ਕਿਉਂਕਿ ਪਰਮਾਤਮਾ ਜਿਹੜਾ ਕੁਦਰਤ ਦੇ ਵਿੱਚ ਵਸਦਾ।
ਤੇ ਅਗਲਾ ਹੈ ਵਾਤਾਵਰਨ ਦੀ ਸੰਭਾਲ ਦੇ ਲਈ ਆਪਾਂ ਕੋਲ ਬਹੁਤ ਸੋਹਣਾ ਜਪਜੀ ਸਾਹਿਬ ਦਾ ਸ਼ਲੋਕ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਹਨਾ। ਗੁਰੂ ਸਾਹਿਬ ਨੇ ਜਿਹੜਾ ਪੌਣ ਨੂੰ ਗੁਰੂ ਦਾ ਦਰਜਾ, ਪਾਣੀ ਨੂੰ ਪਿਤਾ ਦਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ। ਜੇ ਆਪਾਂ ਜਿਹੜਾ ਇਹਦੇ ਉੱਤੇ ਅਮਲ ਕਰਦੇ ਹੁੰਦੇ ਤਾਂ ਅੱਜ ਸਾਨੂੰ ਆ ਜਿਹੜਾ ਆਪਾਂ ਕੁਦਰਤ ਨਾਲ ਖਿਲਵਾੜ ਕਰਕੇ ਖਮਿਆਜ਼ਾ ਭੁਗਤ ਰਹੇ ਆ ਬਿਮਾਰੀ ਦਾ, ਇਹ ਨਹੀਂ ਸੀ ਭੁਗਤਣਾ ਪੈਣਾ ਜੇ ਅਸੀਂ ਵਾਤਾਵਰਨ ਦੀ ਸੰਭਾਲ ਕੀਤੀ ਹੁੰਦੀ, ਜੇ ਅਸੀਂ ਕੁਦਰਤ ਨਾਲ ਖਿਲਵਾੜ ਨਾ ਕੀਤਾ ਹੁੰਦਾ, ਜੇ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲੇ ਹੁੰਦੇ, ਜਿਹੜੇ ਗੁਰੂ ਸਾਹਿਬ ਨੇ ਸਾਨੂੰ 500-600 ਸਾਲ ਪਹਿਲਾਂ ਦੇ ਦਿੱਤੀ ਆ, ਤੇ ਸਾਨੂੰ ਜਿਹੜਾ ਸੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਹੀਂ ਸੀ ਹੋਣੇ। ਸੋ ਸਾਨੂੰ ਵਾਤਾਵਰਨ ਦੀ ਸੰਭਾਲ ਦੀ ਵੀ ਲੋੜ ਆ ਤੇ ਕੁਦਰਤ ਨਾਲ ਪਿਆਰ ਕਰਨ ਦੀ ਵੀ ਲੋੜ ਆ। ਤੇ ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਜਾਤ ਪਾਤ ਦਾ ਖੰਡਨ। ਜਾਤ ਪਾਤ ਦੀ ਸਾਧ ਸੰਗਤ ਜੀ ਸਾਡੇ ਸਿੱਖ ਧਰਮ ਦੇ ਵਿੱਚ ਕੋਈ ਸਥਾਨ ਨਹੀਂ ਜਾਤ ਪਾਤ ਦਾ। ਤੇ ਗੁਰੂ ਸਾਹਿਬ ਕਹਿ ਰਹੇ ਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤੇ ਸੋ ਕਬੀਰ ਜੀ ਦਾ ਸ਼ਲੋਕ ਆ ਇਹ, ਵੀ ਇੱਕ ਪਰਮਾਤਮਾ ਦੇ ਸਾਰੇ ਬਣਾਏ ਹੋਏ ਬੰਦੇ ਆ, ਪਰਮਾਤਮਾ ਸਾਰਿਆਂ ਚ ਵਸਦਾ ਹੈ। ਜਾਤਾਂ ਪਾਤਾਂ ਸਾਡੀਆਂ ਪੈਦਾ ਕੀਤੀਆਂ ਹੋਈਆਂ ਸਾਧ ਸੰਗਤ ਜੀ, ਜਨਮ ਤੋਂ ਕੋਈ ਕਿਸੇ ਜਾਤ ਚ ਨਹੀਂ ਪੈਦਾ ਹੁੰਦਾ ਬੱਚਾ, ਜਨਮ ਤੋਂ ਉਹਦੀ ਕੋਈ ਜਾਤ ਨਹੀਂ ਹੁੰਦੀ। ਅਸੀਂ ਦੱਸਦੇ ਹਾਂ ਉਹਨੂੰ ਤੇਰੀ ਆ ਜਾਤ ਆ, ਤੇਰਾ ਆ ਗੋਤ ਆ। ਤੇ ਸੋ ਇਹ ਸਾਰੇ ਕਬੀਰ ਜੀ ਕਹਿੰਦੇ ਵੀ ਕੁਦਰਤ ਦੇ ਬੰਦੇ ਆ ਸਾਰੇ, ਤੇ ਆਪਾਂ ਨੂੰ ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ। ਕੋਈ ਉੱਚੀ ਨੀਵੀਂ ਜਾਤ ਦਾ ਬੰਦਾ ਨਹੀਂ ਹੁੰਦਾ, ਕੋਈ ਜਾਤ ਉੱਚੀ ਨਹੀਂ, ਕੋਈ ਨੀਵੀਂ ਨਹੀਂ। ਇੱਕ ਹੋਰ ਫਰਮਾਨ ਹੋਇਆ ਪੰਜਵੇਂ ਪਾਤਸ਼ਾਹ ਦਾ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਸੋ ਇਹ ਸਾਰੇ ਜਿਹੜੇ ਆ ਪਰਮਾਤਮਾ ਦੇ ਬਣਾਏ ਹੋਏ ਸਾਰੇ ਬੰਦੇ ਆ, ਤੇ ਸਾਨੂੰ ਕੋਈ ਵੀ ਜੀਵ ਐਸਾ ਨਹੀਂ ਦਿਸਦਾ ਜਿਹੜਾ ਪਰਮਾਤਮਾ ਤੋਂ ਵੱਖਰਾ ਹੋਵੇ, ਇਸ ਕਰਕੇ ਆਪਾਂ ਸਾਰੇ ਸਾਂਝੀ ਵਾਲ ਆ। ਤੇ ਇੱਕ ਹੋਰ ਫਰਮਾਨ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਪੰਜਵੇਂ ਪਾਤਸ਼ਾਹ ਦਾ ਫਰਮਾਨ ਹੈ, ਉਹ ਕਹਿੰਦੇ ਜੇ ਅਸੀਂ ਇੱਕ ਪਿਤਾ ਦੇ ਸਾਰੇ ਬੱਚੇ ਆ, ਹਨਾ, ਤੇ ਅਸੀਂ ਸਾਰੇ ਫਿਰ ਗੁਰਭਾਈ ਹੋਏ ਨਾ। ਇੱਕ ਪਿਤਾ ਦੇ ਜਿਹੜੇ ਬੱਚੇ ਹੁੰਦੇ ਸਾਰੇ ਇੱਕ ਦੂਜੇ ਨਾਲ ਭਰਾ ਹੀ ਹੁੰਦੇ ਆ। ਜੇ ਅਸੀਂ ਇੱਕ ਪਿਤਾ ਉਸ ਪਰਮਾਤਮਾ ਦੇ ਅਕਾਲ ਪੁਰਖ ਦੇ ਬੱਚੇ ਆ, ਫਿਰ ਅਸੀਂ ਉਹ ਸਾਰੇ ਆਪਾਂ ਇੱਕ ਦੂਜੇ ਨਾਲ ਗੁਰਭਾਈਆਂ। ਸੋ ਕੋਈ ਵੀ ਉੱਚੀ ਨੀਵੀਂ ਜਾਤ ਦਾ ਇੱਥੇ ਕੋਈ ਫਰਕ ਨਹੀਂ। ਤੇ ਇੱਕ ਹੋਰ ਫਰਮਾਨ ਹੈ, ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਉਹਨਾਂ ਦਿਨਾਂ ਦੇ ਵਿੱਚ ਜਿਹੜੇ ਬ੍ਰਾਹਮਣ ਸੀ ਉਹ ਆਪਣੇ ਆਪ ਨੂੰ ਉੱਚੀ ਕੁਲ ਦੇ ਗਿਣਦੇ ਸੀ, ਤੇ ਸ਼ੂਦਰਾਂ ਨੂੰ ਨੀਵੀਂ ਕੁਲ ਗਿਣਿਆ ਜਾਂਦਾ ਸੀ, ਬਾਕੀ ਸਾਰੀਆਂ ਜਾਤਾਂ ਨੂੰ ਨੀਵੀਂ ਕੁਲ ਦੇ ਗਿਣਦੇ ਸੀ। ਤੇ ਉਹਦੇ ਲਈ ਉਹਨਾਂ ਨੇ ਤੀਸਰੇ ਪਾਤਸ਼ਾਹ ਦਾ ਫਰਮਾਨ ਹੈ ਕਿ ਜਾਤ ਦਾ ਮਾਣ ਜਿਹੜਾ ਉਹ ਕਰਨ ਦੀ ਕੋਈ ਲੋੜ ਨਹੀਂ। ਬ੍ਰਾਹਮਣ ਉਹ ਹੁੰਦਾ, ਕੋਈ ਜਾਤ ਨਾਲ ਬ੍ਰਾਹਮਣ ਨਹੀਂ ਬਣਦਾ, ਜਾਤ ਨਾਲ ਕੋਈ ਉੱਚੀ ਕੁਲ ਨਹੀਂ ਹੁੰਦੀ ਕਿਸੇ ਦੀ। ਤੇ ਬ੍ਰਾਹਮਣ ਉਹ ਆ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਜਿਹੜਾ ਉਸ ਪਰਮਾਤਮਾ ਦੀ ਵਿਚਾਰ ਕਰੇ, ਪਰਮਾਤਮਾ ਨਾਲ ਸਾਂਝ ਪਾਵੇ, ਡੂੰਘੀ ਸਾਂਝ ਪਾਵੇ, ਦੂਜਿਆਂ ਨੂੰ ਪਰਮਾਤਮਾ ਦੇ ਬ੍ਰਹਮ ਦੀ ਵਿਚਾਰ ਸੁਣਾਵੇ, ਤੇ ਉਹ ਅਸਲੀ ਬ੍ਰਾਹਮਣ। ਜਾਤ ਨਾਲ ਕੋਈ ਬ੍ਰਾਹਮਣ ਨਹੀਂ ਹੁੰਦਾ। ਇੱਕ ਹੋਰ ਫਰਮਾਨ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਅਸੀਂ ਤਾਂ ਉਸ ਪਰਮਾਤਮਾ ਦੇ ਸਰੀਰ ਬਣਾਏ ਹੋਏ ਆ, ਜਿਨ੍ਹਾਂ ਨੂੰ ਜਿਹੜਾ ਹਿੰਦੂ ਰਾਮ ਕਹਿ ਦਿੰਦਾ ਤੇ ਮੁਸਲਮਾਨ ਅੱਲਾ ਕਹਿ ਦਿੰਦਾ, ਤੇ ਅਸੀਂ ਕਿਸੇ ਦੇ ਮੁਹਤਾਜ ਨਹੀਂ ਹੈਗੇ, ਨਾ ਹਿੰਦੂ ਮੁਸਲਮਾਨ ਜਾਤਾਂ ਪਾਤਾਂ ਦੇ ਕੋਈ ਮੁਹਤਾਜ ਨਹੀਂ। ਤੇ ਸੋ ਇੱਕ ਅੱਗੇ ਹੈ, ਅਗਲਾ ਫਰਮਾਨ ਹੈ ਗੁਰੂ ਸਾਹਿਬ, ਅਗਲਾ ਪੁਆਇੰਟ ਹੈ ਸਾਧ ਸੰਗਤ ਜੀ, ਸਤ ਸੰਗਤ। ਹੁਣ ਇਹ ਸਾਰੇ ਗੁਣਾਂ ਨੂੰ ਧਾਰਨ ਕਰਨ ਲਈ ਸਾਨੂੰ ਸਤ ਸੰਗਤ ਦੀ ਵੀ ਬਹੁਤ ਲੋੜ ਆ। ਗੁਰਬਾਣੀ ਦੇ ਵਿੱਚ ਸਤ ਸੰਗਤ ਦੀ ਬੜੀ ਮਹਾਨਤਾ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਤੇ ਗੁਰੂ ਸਾਹਿਬ ਕਹਿੰਦੇ ਕਿ ਸਤ ਸੰਗ ਵੀ ਸਾਨੂੰ ਭਾਗਾਂ ਤੋਂ ਬਿਨਾਂ ਨਹੀਂ ਮਿਲਦਾ। ਜਿਹੜੇ ਸਾਡੇ ਕਰਮਾਂ ਚ ਹੋਵੇ ਤਾਂ ਹੀ ਅਸੀਂ ਸੰਗਤ ਵਾਲੇ ਪਾਸੇ ਜਾਂਦੇ, ਨਹੀਂ ਤਾਂ ਮਨ ਸਾਡਾ, ਜਿਵੇਂ ਮੈਂ ਦੱਸਿਆ ਕਿ ਬੁਰੇ ਪਾਸੇ ਤਾਂ ਆਪੇ ਚਲਾ ਜਾਂਦਾ, ਨੀਵੇਂ ਪਾਸੇ ਤਾਂ ਜਿਵੇਂ ਪਾਣੀ ਨਿਵਾਣ ਵੱਲ ਰੁੜਦਾ, ਨੀਵੇਂ ਪਾਸੇ ਆਪੇ ਚਲਾ ਜਾਂਦਾ। ਤੇ ਪਰ ਸਾਨੂੰ ਜਿਹੜੀ ਸੰਗਤ ਤੋਂ ਬਿਨਾਂ ਸਾਡੇ ਅੰਦਰੋਂ ਜਿਹੜੀ ਵਿਕਾਰਾਂ ਦੀ ਮੈਲ ਆ ਉਹ ਨਹੀਂ ਮਤਲਬ ਲੱਥਦੀ, ਨਹੀਂ ਉਤਰਦੀ। ਜੇ ਅਸੀਂ ਸੰਗਤ ਚ ਜਾਵਾਂਗੇ ਤਾਂ ਹੀ ਸਾਡਾ ਵਿਕਾਰਾਂ ਦੀ ਮੈਲ ਲੱਥਣੀ, ਨਹੀਂ ਤਾਂ ਸਾਡਾ ਮਨ ਵਿਕਾਰਾਂ ਦੇ ਨਾਲ ਭਰਿਆ ਰਹਿੰਦਾ। ਤੇ ਇੱਕ ਹੋਰ ਫਰਮਾਨ ਹੈ ਪੰਜਵੇਂ ਪਾਤਸ਼ਾਹ ਦਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਤੇ ਉਹ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਜਦੋਂ ਤੋਂ ਮੈਂ ਸਾਧ ਸੰਗਤ ਦੇ ਵਿੱਚ ਭਗਤਾਂ ਦੀ, ਚੰਗੇ ਪੁਰਖਾਂ ਦੀ ਸੰਗਤ ਜਿਹੜੀ ਧਾਰਨ ਕੀਤੀ ਆ, ਤਾਂ ਮੇਰੇ ਅੰਦਰੋਂ ਜਿਹੜਾ ਸੜਨ ਦੀ ਆਦਤ ਸੀ, ਦੂਜਿਆਂ ਦੇ ਸੁੱਖ ਨੂੰ ਦੇਖ ਦੇਖ ਕੇ ਆਪਾਂ ਆਮ ਹੀ ਸੜਦੇ ਰਹਿੰਦੇ। ਗੁਰੂ ਸਾਹਿਬ ਨੇ ਸਾਡੇ ਲਈ ਉਪਦੇਸ਼ ਕੀਤੇ ਆ ਸਾਰੇ ਸਾਧ ਸੰਗਤ ਜੀ, ਸਾਡੇ ਲਈ ਫਰਮਾਨਾ ਕਿ ਸਾਡੀ ਆਦਤ ਆ ਅਸੀਂ ਆਪਣੇ
ਦੁੱਖ ਨਾਲ ਇੰਨਾ ਦੁਖੀ ਨਹੀਂ ਹੁੰਦੇ ਜਿੰਨਾ ਅਸੀਂ ਦੂਜੇ ਦਾ ਸੁੱਖ ਦੇਖ ਕੇ ਹੁੰਦੇ ਵੀ ਉਹ ਕਿਉਂ ਬੰਦਾ ਸੁਖੀ ਆ, ਸਾਡਾ ਗੁਆਂਢੀ ਕਿਉਂ ਸੁਖੀ ਆ, ਸਾਡਾ ਜਿਹੜਾ ਫਲਾਨਾ ਰਿਸ਼ਤੇਦਾਰ ਉਹ ਇੰਨਾ ਸੁਖੀ ਕਿਉਂ ਆ, ਹਨਾ। ਤੇ ਅਸੀਂ ਉਹਦੇ ਵੱਲ ਦੇਖ ਦੇਖ ਕੇ ਦੁਖੀ ਹੁੰਨੇ ਆ। ਸੋ ਗੁਰੂ ਸਾਹਿਬ ਕਹਿੰਦੇ ਕਿ ਜੇ ਅਸੀਂ ਸਤ ਸੰਗਤ ਦੇ ਵਿੱਚ ਜਦੋਂ ਤੋਂ ਅਸੀਂ ਜਾਣਾ ਸ਼ੁਰੂ ਕੀਤਾ ਤੇ ਸਾਡੇ ਅੰਦਰੋਂ ਇਹ ਦੂਜੇ ਨੂੰ ਦੇਖ ਦੇਖ ਕੇ ਸੜਨ ਦੀ ਆਦਤ ਜਿਹੜੀ ਉਹ ਖਤਮ ਹੋ ਗਈ ਆ, ਭੁੱਲ ਗਈ ਆ। ਸੋ ਗੁਰੂ ਸਾਹਿਬ ਨੇ ਸਾਡੇ ਲਈ ਇਹ ਉਪਦੇਸ਼ ਦਿੱਤਾ। ਅਗਲਾ ਪੁਆਇੰਟ ਹੈ ਸਤਸੰਗ ਜੀ, ਨਿਸ਼ਕਾਮ ਸੇਵਾ। ਨਿਸ਼ਕਾਮ ਸੇਵਾ ਦਾ ਵੀ ਜਿਹੜਾ ਬਹੁਤ ਮਹੱਤਵ ਆ। ਜਿਵੇਂ ਇਹਨਾਂ ਮੁਲਕਾਂ 'ਚ ਵੀ ਵਲੰਟੀਅਰ ਕਾਰਜ ਦੀ ਬੜੀ ਜਿਹੜੀ ਆ ਮਹਾਨਤਾ ਆ, ਬੜਾ ਇਹਨੂੰ ਜਿਹੜਾ ਰਿਕੋਗਨਾਈਜ਼ ਕੀਤਾ ਜਾਂਦਾ ਵਲੰਟੀਅਰ ਕਾਰਜ ਨੂੰ। ਨਿਸ਼ਕਾਮ ਸੇਵਾ ਹੁੰਦੀ ਹੈ ਜਿਹੜੀ ਆਪਾਂ ਬਿਨਾਂ ਕਿਸੇ ਫਲ ਦੀ ਇੱਛਾ ਰੱਖੇ ਕੋਈ ਸੇਵਾ ਕਰਦੇ ਆ। ਜਿਵੇਂ ਆਪਾਂ ਗੁਰੂ ਘਰਾਂ ਦੇ ਵਿੱਚ ਜੋੜਿਆਂ ਦੀ ਸੇਵਾ ਕਰਦੇ ਆ, ਲੰਗਰ ਦੀ ਸੇਵਾ, ਕੋਈ ਬਰਤਨਾਂ ਦੀ ਸੇਵਾ ਕਰਦਾ। ਇਸ ਤਰ੍ਹਾਂ ਹੋਰ ਵੀ ਆਪਾਂ ਸਭਾ ਸੋਸਾਇਟੀਆਂ 'ਚ ਜਾ ਕੇ ਕੋਈ ਵਲੰਟੀਅਰ ਵਰਕ ਕਰ ਸਕਦੇ ਆ ਤੇ ਉਹ ਸਾਡੇ ਮਨ ਨੂੰ ਬੜਾ ਸਕੂਨ ਦਿੰਦਾ, ਹਨਾ। ਗੁਰੂ ਸਾਹਿਬ ਦਾ ਫਰਮਾਨ ਹੈ, ਸੁਖਮਨੀ ਸਾਹਿਬ ਦਾ, ਪੰਜਵੇਂ ਪਾਤਸ਼ਾਹ ਦਾ, ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਗੁਰੂ ਸਾਹਿਬ ਕਹਿੰਦੇ ਕਿ ਜਿਹੜਾ ਮਤਲਬ ਨਿਸ਼ਕਾਮ ਸੇਵਾ ਕਰਦਾ ਆ ਉਹਨੂੰ ਮਾਲਕ ਪ੍ਰਭੂ ਜਿਹੜਾ ਪ੍ਰਾਪਤ ਹੋ ਜਾਂਦਾ। ਸੋ ਸਾਨੂੰ ਨਿਸ਼ਕਾਮ ਸੇਵਾ ਵੀ ਜ਼ਰੂਰ ਕਰਦੇ ਰਹਿਣਾ ਚਾਹੀਦਾ। ਇਹਦੇ ਨਾਲ ਸਾਡੇ ਮਨ ਦੀ ਮੈਲ ਵੀ ਉਤਰਦੀ ਆ ਤੇ ਇਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਆ, ਸਕੂਨ ਬਹੁਤ ਮਿਲਦਾ। ਕਿਤੇ ਜਾ ਕੇ ਕਰਕੇ ਦੇਖੋ ਤੁਸੀਂ, ਕਿਸੇ ਆਸ਼ਰਮ 'ਚ, ਕਿਸੇ ਬਿਰਧ ਆਸ਼ਰਮ 'ਚ, ਕਿਸੇ ਹਸਪੀਟਲ 'ਚ ਜਾਂ ਕਿਤੇ ਸਭਾ ਸੋਸਾਇਟੀਆਂ 'ਚ ਜਾਂ ਗੁਰੂ ਘਰ 'ਚ, ਕਿਤੇ ਵੀ ਨਿਸ਼ਕਾਮ ਸੇਵਾ ਕਰਕੇ ਦੇਖੋ ਤੇ ਜਿਹੜੀ ਫਲ ਤੋਂ ਬਿਨਾਂ, ਫਲ ਦੀ ਇੱਛਾ ਤੋਂ ਬਿਨਾਂ ਕੀਤੀ ਜਾਂਦੀ ਆ, ਉਹਦਾ ਸਾਨੂੰ ਵੱਖਰਾ ਹੀ ਜਿਹੜਾ ਆਨੰਦ ਆਉਂਦਾ। ਤੇ ਅਗਲਾ ਲਾਸਟ ਪੁਆਇੰਟ ਹੈ ਸਤਸੰਗ ਜੀ, ਸਿਮਰਨ। ਹੁਣ ਜੇ ਅਸੀਂ ਸਾਰੇ ਜਿਹੜੇ ਆ ਗੁਣ ਆਪਣੇ ਅੰਦਰ ਧਾਰਨ ਕਰ ਲਏ ਤੇ ਅਸੀਂ ਪਰਮਾਤਮਾ ਦੀ ਯਾਦ ਨਾਲ ਨਹੀਂ ਜੁੜਦੇ। ਸਵੇਰੇ ਸ਼ਾਮ ਅਸੀਂ ਕਹਿੰਦੇ ਲੈ, ਬਹੁਤ ਸਾਰੇ ਲੋਕ ਕਹਿ ਦਿੰਦੇ ਆ ਸਾਨੂੰ ਰੱਬ ਦਾ ਨਾਮ ਲੈਣ ਦੀ ਕੀ ਲੋੜ ਆ, ਉਹ ਤਾਂ ਜਿਹੜੇ ਬੰਦੇ ਨੇ ਮਾੜੇ ਕਰਮ ਕਰਨੇ ਆ ਉਹ ਆਪਣੇ ਮੈਲ ਧੋਣ ਲਈ ਲੈਂਦੇ ਆ ਤੇ ਅਸੀਂ ਤਾਂ ਕੋਈ ਮਾੜਾ ਕੰਮ ਹੀ ਨਹੀਂ ਕਰਦੇ। ਗੁਰੂ ਸਾਹਿਬ ਨੇ ਸਾਧ ਸੰਗਤ ਜੀ, ਕੋਈ ਪਤਾ ਨਹੀਂ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਕਿੰਨੀਆਂ ਭੁੱਲਾਂ ਹੋ ਜਾਂਦੀਆਂ, ਕਿੰਨੇ ਸਾਡੇ ਕੋਲੋਂ ਜਿਹੜੇ ਆ ਬੁਰੇ ਕੰਮ ਹੋ ਜਾਂਦੇ ਆ, ਇਹ ਸਾਨੂੰ ਕੋਈ ਪਤਾ ਨਹੀਂ। ਤੇ ਸਾਨੂੰ ਆਪਣੇ ਮਨ ਦੀ ਮੈਲ ਧੋਣ ਦੇ ਲਈ ਸਿਮਰਨ ਕਰਨਾ ਬਹੁਤ ਜ਼ਰੂਰੀ ਆ। ਸਾਨੂੰ ਗੁਰੂ ਸਾਹਿਬ ਨੇ ਹਦਾਇਤ ਕੀਤੀ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸੁਖਮਨੀ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਆ ਕਿ ਸਾਨੂੰ ਸਿਮਰਨ ਕਰਕੇ ਹੀ ਪਰਮਾਤਮਾ ਦਾ ਨਾਮ ਜਪ ਜਪ ਕੇ ਸੁੱਖ ਹਾਸਲ ਹੋਣੇ ਆ। ਸਾਡੇ ਸਰੀਰ ਦੇ ਵਿਸ਼ੇ ਵਿਕਾਰ ਤਾਂ ਹੀ ਖਤਮ ਹੋਣੇ ਆ ਜੇ ਅਸੀਂ ਸਿਮਰਨ ਦੇ ਨਾਲ ਜੁੜਾਂਗੇ। ਤੇ ਇੱਕ ਜਪਜੀ ਸਾਹਿਬ ਦਾ ਵੀ ਫਰਮਾਨ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜੇ ਅਸੀਂ ਬਾਣੀ ਨੂੰ ਪਿਆਰ ਦੇ ਨਾਲ ਪੜ੍ਹਦੇ ਆ, ਗਾਉਂਦੇ ਆ, ਸੁਣਦੇ ਆ, ਭਾਵ ਹੁੰਦਾ ਪਿਆਰ ਆਪਣੇ ਮਨ ਦੇ ਵਿੱਚ ਰੱਖ ਕੇ ਪ੍ਰੇਮ ਦੇ ਨਾਲ ਬਾਣੀ ਨੂੰ ਮਨ 'ਚ ਟਿਕਾਉਂਦੇ ਆ ਤਾਂ ਸਾਡੇ ਜਿਹੜੇ ਆ ਵਿਸ਼ੇ ਵਿਕਾਰਾਂ ਦੇ ਦੁੱਖ ਆ, ਜਿਹੜੇ ਮਨ ਦੇ ਵਿਕਾਰ ਆ, ਮਨ ਦੇ ਦੁੱਖ ਆ, ਮਨ ਦੀ ਭਟਕਣਾ, ਉਹ ਸਾਰੀ ਖਤਮ ਹੋ ਜਾਊਗੀ ਤੇ ਸੁੱਖ ਜਿਹੜੇ ਆ ਸਾਡੇ ਮਨ ਦੇ ਵਿੱਚ ਟਿਕ ਜਾਣਗੇ। ਤੇ ਇੱਕ ਹੋਰ ਰਵਿਦਾਸ ਜੀ ਦਾ ਫਰਮਾਨ ਆ ਬੜਾ ਪਿਆਰਾ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਜਿਵੇਂ ਆਪਾਂ ਕਈ ਦੇਖਦੇ ਆ ਕਿ ਕਈਆਂ ਨੇ ਵੱਡੇ ਵੱਡੇ ਮਹੱਲ ਬਣਾਏ ਹੋਏ ਆ, ਆਪਾਂ ਕਹਿੰਦੇ ਆ ਫਲਾਨਾ ਤਾਂ ਬੜਾ ਅਮੀਰ ਆ, ਬੜਾ ਸੁਖੀ ਆ, ਦੇਖੋ ਉਹਦਾ ਤੁਸੀਂ ਘਰ ਤਾਂ ਦੇਖੋ, ਮਹਿਲ ਵਰਗਾ ਉਹਦਾ ਘਰ ਆ। ਸਾਧ ਸੰਗਤ ਜੀ, ਉਹਦੇ ਅੰਦਰ ਜਾ ਕੇ ਦੇਖੋ, ਤੁਸੀਂ ਘਰ ਪਰਿਵਾਰ 'ਚ ਰਹਿ ਕੇ 1-2 ਦਿਨ ਦੇਖੋ ਉਹ ਬੰਦਾ ਕਿੰਨਾ ਕੁ ਸੁਖੀ ਆ, ਅੰਦਰੋਂ ਉਹ ਦੁਖੀ ਹੁੰਦੇ ਆ। ਇਸ ਤਰ੍ਹਾਂ ਦੇ ਲੋਕ ਆ ਜਿਹੜੇ ਜਿੱਥੇ ਪਰਮਾਤਮਾ ਦਾ ਕਦੀ ਨਾਮ ਨਹੀਂ ਲਿਆ ਜਾਂਦਾ। ਰਵਿਦਾਸ ਜੀ ਕਹਿੰਦੇ ਆ ਕਿ ਚਾਹੇ ਤੁਸੀਂ ਉੱਚੇ ਉੱਚੇ ਮਹਿਲ ਬਣਾ ਲਓ, ਤੁਹਾਡੀਆਂ ਜਿਹੜੀਆਂ ਜੀਵਨ ਸਾਥੀ ਵੀ ਤੁਹਾਡਾ ਬਹੁਤ ਸੁੰਦਰ ਹੋਵੇ, ਸੋਹਣਾ ਹੋਵੇ, ਤੁਸੀਂ ਉਹਨਾਂ ਜਿਹਨਾਂ ਜੀਵਨ ਨਿਰਵਾਹ ਕਰ ਰਹੇ ਆ, ਤੇ ਪਰ ਫਿਰ ਵੀ ਜੇ ਉੱਥੇ ਪਰਮਾਤਮਾ ਦਾ ਨਾਮ ਨਹੀਂ ਕੋਈ ਲੈਂਦਾ, ਰਾਮ ਨਾਮ ਬਿਨ ਬਾਜੀ ਹਾਰੀ, ਤੇ ਉਹ ਘਰ ਭੂਤਾਂ ਦਾ ਡੇਰਾ ਹੀ ਆ। ਉਸ ਘਰ ਦੇ ਵਿੱਚ ਸੁੱਖ ਕਦੀ ਨਹੀਂ ਆ ਸਕਦਾ। ਉਸ ਘਰ ਦੇ ਵਿੱਚ ਕਲਾ ਕਲੇਸ਼, ਲੜਾਈ, ਮਨ ਦੀ ਭਟਕਣਾ, ਤੇ ਉਹ ਹਮੇਸ਼ਾ ਹੀ ਬੰਦਾ ਜਿਹੜਾ ਦੁਖੀ ਰਹੂਗਾ, ਉਹ ਮਨੁੱਖਾ ਜਨਮ ਦੀ ਖੇਡ ਹਾਰ ਜਾਂਦਾ। ਸੋ ਸਾਨੂੰ ਚਾਹੀਦਾ ਕਿ ਆਪਾਂ ਸਵੇਰੇ ਸ਼ਾਮ ਚਾਹੇ ਕੱਖਾਂ ਦੀ ਕੁੰਡੀ 'ਚ ਰਹੋ, ਚਾਹੇ ਆਮ ਘਰ 'ਚ ਰਹੋ, ਚਾਹੇ ਮਹਿਲ 'ਚ ਰਹੋ, ਤੇ ਉਸ ਪਰਮਾਤਮਾ ਦੀ ਯਾਦ ਦੇ ਨਾਲ ਜੁੜੇ ਰਹਿਣਾ, ਉਹਦਾ ਸ਼ੁਕਰਾਨਾ ਹਰ ਵੇਲੇ ਕਰਦੇ ਰਹਿਣਾ ਕਿ ਸਭ ਕੁਝ ਤੇਰੀਆਂ ਹੀ ਦਿੱਤੀਆਂ ਦਾਤਾਂ ਆ। ਤੇ ਸੋ ਸਾਧ ਸੰਗਤ ਜੀ, ਲਾਸਟ ਦੇ ਵਿੱਚ ਹੈ ਕਿ ਹੁਣ ਆਪਾਂ ਇੰਨੇ ਕੁ ਜਿਹੜੇ ਗੁਣ ਔਗਣ ਉਹਨਾਂ ਤੇ ਵਿਚਾਰਾਂ ਕਰ ਲਈਆਂ, ਗੁਰੂ ਸਾਹਿਬ ਨੇ ਸਾਨੂੰ ਕੀ ਸੇਧ ਦਿੱਤੀ ਆ। ਤੇ ਜਪਜੀ ਸਾਹਿਬ 'ਚ ਆਉਂਦਾ ਫਰਮਾਨ, ਇੱਕ ਮੱਤ ਵਿੱਚ ਰਤਨ ਜਵਾਹਰ ਮਾਣਕ ਜੀ, ਇੱਕ ਗੁਰ ਕੀ ਸਿੱਖ ਸੁਣੀ। ਸੋ ਗੁਰੂ ਸਾਹਿਬ ਕਹਿੰਦੇ ਵੀ ਜੇ ਗੁਰੂ ਦੀ ਆਪਾਂ ਇੱਕ ਸਿੱਖਿਆ ਵੀ ਸੁਣ ਲਈਏ ਤਾਂ ਸਾਡੇ
ਇਹ ਮਨ ਦੇ ਵਿੱਚ, ਸਾਡੀ ਮੱਤ ਦੇ ਵਿੱਚ ਰਤਨ ਜਵਾਹਰਤ ਵਰਗੇ ਗੁਣ ਜਿਹੜੇ ਆ ਉਹ ਪੈਦਾ ਹੋ ਜਾਣੇ ਆ, ਜਿਹੜੇ ਰੱਬੀ ਗੁਣ ਆ, ਹਨਾ। ਤੇ ਜੇ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਹਾਂ, ਉਹਦੀ ਇੱਕ ਸਿੱਖਿਆ ਵੀ ਮਨ 'ਚ ਵਸਾਉਂਦੇ ਹਾਂ। ਤੇ ਹੁਣ ਗੁਰੂ ਸਾਹਿਬ ਨੇ ਤਾਂ ਸਾਨੂੰ ਇੰਨੀਆਂ ਸਿੱਖਿਆਵਾਂ ਦਿੱਤੀਆਂ ਹੋਈਆਂ ਸੁਚੱਜੀ ਜੀਵਨ ਜਾਚ ਦੇ ਲਈ। ਆਪਾਂ ਕੋਸ਼ਿਸ਼ ਕਰੀਏ ਕਿ ਇਹਨਾਂ ਸਿੱਖਿਆਵਾਂ ਨੂੰ ਆਪਣੇ ਮਨ 'ਚ ਵਸਾਈਏ। ਕਈ ਲੋਕ ਕਹਿ ਦਿੰਦੇ ਆ ਵੀ ਤੁਸੀਂ ਕਹਿੰਦੇ ਆ ਰੱਬ ਹੀ ਸਭ ਕੁਝ ਕਰਾਉਂਦਾ, ਕਰੇ ਕਰਾਵੇ ਆਪੇ ਆਪ, ਤੇ ਇਹਦਾ ਮਤਲਬ ਚੰਗੇ ਮਾੜੇ ਕੰਮ ਉਹ ਆਪ ਹੀ ਕਰਾਉਂਦਾ, ਤੇ ਜਦੋਂ ਉਹ ਚੰਗੇ ਪਾਸੇ ਲਾਊਗਾ ਚੰਗੇ ਪਾਸੇ ਲੱਗ ਜਾਵਾਂਗੇ। ਮਾੜੇ ਕਰਮ ਕਰਨ ਵਾਲੇ ਲੋਕ ਆਪਣੇ ਆਪ ਨੂੰ ਜਸਟੀਫਾਈ ਕਰਦੇ ਆ ਕਈ ਵਾਰੀ। ਤੇ ਇੱਕ ਵਾਰੀ ਮਸਕੀਨ ਸਾਹਿਬ ਆਪਣੀ ਕਥਾ 'ਚ ਕਹਿ ਰਹੇ ਸੀਗੇ, ਤੇ ਉਹ ਕਹਿੰਦੇ ਪਰਮਾਤਮਾ ਨੇ ਸਾਨੂੰ ਬੁੱਧੀ ਦੇ ਕੇ ਤੇ ਸਾਨੂੰ ਆਜ਼ਾਦ ਕਰ ਦਿੱਤਾ ਮਨੁੱਖ ਨੂੰ। ਉਹ ਆਪਣੀ ਬੁੱਧੀ ਦੇ ਨਾਲ ਸੋਚ ਕੇ ਚੰਗੇ ਪਾਸੇ ਵੀ ਜਾ ਸਕਦਾ, ਮਾੜੇ ਪਾਸੇ ਵੀ ਜਾ ਸਕਦਾ। ਜਿੱਦਾਂ ਮੈਂ ਦੱਸਿਆ ਵੀ ਇੱਕ ਪਾਸੇ ਰੰਗ ਰਲੀਆਂ ਮਨਾ ਰਹੇ ਲੋਕ, ਉਧਰ ਵੀ ਜਾਣ ਨੂੰ ਉਹਦਾ ਮਨ ਕਰਦਾ, ਇੱਕ ਪਾਸੇ ਗੁਰੂ ਘਰ ਦੇ ਵਿੱਚ ਕਥਾ ਕੀਰਤਨ ਹੋ ਰਿਹਾ ਤਾਂ ਉਧਰ ਵੀ ਮਨ ਕਰਦਾ। ਸੋ ਇਹ ਅਸੀਂ ਆਪਣੀ ਬੁੱਧੀ ਨਾਲ ਸੋਚਣਾ ਕਿ ਅਸੀਂ ਕਿਹੜੇ ਪਾਸੇ ਜਾਣਾ ਹੈ, ਹਨਾ। ਤੇ ਇਹ ਸਾਨੂੰ ਆਜ਼ਾਦ ਕਰ ਦਿੱਤਾ ਕਰਮ ਕਰਨ ਦੇ ਲਈ। ਚੰਗੇ ਕਰਮ ਕਰਾਂਗੇ ਤਾਂ ਸਾਡਾ ਚੰਗਾ ਫਲ ਸਾਨੂੰ ਮਿਲੂਗਾ, ਜਾਂ ਇਸ ਜਨਮ 'ਚ ਮਿਲੇ ਜਾਂ ਅਗਲੇ ਜਨਮ 'ਚ ਮਿਲੇ। ਜੇ ਆਪਾਂ ਮਾੜੇ ਕਰਮ ਬੀਜੀ ਜਾਵਾਂਗੇ ਤਾਂ ਸਾਨੂੰ ਉਹਦਾ ਫਲ ਵੀ ਜਿਹੜਾ ਉਹ ਭੁਗਤਣਾ ਆਪ ਹੀ ਪੈਣਾ। ਸੋ ਆਪਾਂ ਇਹ ਆਪਣੀ ਬੁੱਧੀ ਦੇ ਨਾਲ ਸੋਚਣਾ ਕਿ ਅਸੀਂ ਕਿਸ ਤਰ੍ਹਾਂ ਦਾ ਕਰਮ ਜਿਹੜਾ ਆ ਉਹ ਕਰਨਾ, ਤੇ ਇਹ ਸਾਨੂੰ ਪਰਮਾਤਮਾ ਨੇ ਆਜ਼ਾਦ ਕਰ ਦਿੱਤਾ ਬੁੱਧੀ ਦੇ ਕੇ। ਤੇ ਇੱਕ ਕਬੀਰ ਜੀ ਦਾ ਵੀ ਫਰਮਾਨਾ, ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਤੁਸੀਂ, ਕਬੀਰ ਜੀ ਦਾ ਇਹ ਫਰਮਾਨ ਹੈ, ਉਹਨਾਂ ਨੇ ਨਾਮਦੇਵ ਤੇ ਤਰਲੋਚਨ ਦੀ ਗੱਲਬਾਤ ਦਾ ਜ਼ਿਕਰ ਕੀਤਾ, ਭਗਤ ਨਾਮਦੇਵ ਤੇ ਭਗਤ ਤਰਲੋਚਨ ਜੀ ਦੀ। ਤੇ ਉਹ ਕਹਿ ਰਹੇ ਆ ਕਿ ਜਿਸ ਤਰ੍ਹਾਂ ਆਪਾਂ ਹੱਥਾਂ ਪੈਰਾਂ ਦੇ ਨਾਲ ਕੰਮ ਕਰਦੇ ਆ, ਤੇ ਸਾਨੂੰ ਲੋਕ ਕਹਿ ਦਿੰਦੇ ਆ ਵੀ ਜਦੋਂ ਆਪਾਂ ਨਾ ਆਮ ਤੌਰ ਤੇ ਹੁਣ ਸਾਇੰਸਦਾਨ ਵੀ ਕਹਿੰਦੇ ਆ ਕਿ ਜਦੋਂ ਆਪਾਂ ਕੋਈ ਕੰਮ ਕਰਦੇ ਆ ਤੇ ਉਸ ਕੰਮ ਦੇ ਵਿੱਚ ਸਾਡਾ ਜਿਹੜਾ 15% ਹੀ ਦਿਮਾਗ ਜਿਹੜਾ ਉਹ ਖਚਤ ਹੁੰਦਾ, ਬਾਕੀ ਸਾਡਾ ਜਿਹੜਾ 85% ਤਾਂ ਬਚਿਆ ਹੀ ਰਹਿੰਦਾ ਨਾ ਸਾਧ ਸੰਗਤ ਜੀ। ਤੇ ਆਪਾਂ ਉਹ ਜਿਹੜਾ 15% ਨੂੰ ਉਸ ਕੰਮ ਦੇ ਵਿੱਚ ਲਾਉਣਾ, ਜਦੋਂ ਅਸੀਂ ਮੁਹਾਰਤ ਹਾਸਲ ਕਰ ਲੈਂਦੇ। ਹੁਣ ਸਾਡੀਆਂ ਬੀਬੀਆਂ ਭੈਣਾਂ ਆ, ਤੇ ਜੇ ਉਹ ਰੋਟੀ ਪਕਾਉਣ ਦਾ ਕੰਮ ਕਰਦੀਆਂ ਜਾਂ ਉਹ ਰਸੋਈ ਦੇ ਵਿੱਚ ਕੰਮ ਕਰਦੀਆਂ, ਕੋਈ ਖਾਣਾ ਬਣਾਉਣ ਦਾ, ਤੇ ਉਹਦੇ ਵਿੱਚ ਉਹ ਜਿਹੜਾ ਰੂਟੀਨ 'ਚ ਕੰਮ ਕਰਦੇ ਮੁਹਾਰਤ ਹਾਸਲ ਹੋ ਜਾਂਦੀ ਆ। ਉਹਦੇ ਨਾਲ ਨਾਲ ਆਪਾਂ ਸਿਮਰਨ ਕਰ ਸਕਦੇ ਹਾਂ, ਉਹਦੇ ਨਾਲ ਕੋਈ ਆਪਾਂ YouTube ਤੋਂ ਕੋਈ ਸ਼ਬਦ ਲਾ ਲਿਆ, ਨਾਲ ਨਾਲ ਪੜ੍ਹ ਸਕਦੇ ਹਾਂ। ਕੋਈ ਗੱਡੀ ਡਰਾਈਵ ਕਰਦਾ ਤੇ ਗੱਡੀ ਡਰਾਈਵ ਕਰਦੇ ਸ਼ਬਦ ਲਾ ਲਓ ਪਰਮਾਤਮਾ ਦੇ ਨਾਲ। ਆਪਾਂ ਇਹਦਾ ਮਤਲਬ ਹੱਥ ਪੈਰ ਕੰਮ ਸਾਡੇ ਕਰਦੇ ਆ ਤਾਂ ਵੀ ਅਸੀਂ ਪਰਮਾਤਮਾ ਦੇ ਨਾਲ ਚਿੱਤ ਜੋੜ ਸਕਦੇ ਹਾਂ, ਜੇ ਆਪਾਂ ਚਾਹੀਏ ਤਾਂ। ਤੇ ਸਾਧ ਸੰਗਤ ਜੀ, ਸੋ ਆਪਾਂ ਕੋਸ਼ਿਸ਼ ਕਰਨੀ ਆ ਕਿ ਆਪਣੇ ਰੂਟੀਨ ਦੇ ਕੰਮ ਕਰਦੇ ਹੋਏ ਵੀ ਉਹ ਪਰਮਾਤਮਾ ਦੇ ਭੈ ਵਿੱਚ ਰਹੀਏ, ਉਹਨੂੰ ਹਰ ਵੇਲੇ ਆਪਣੇ ਅੰਗ ਸੰਗ ਸਮਝੀਏ, ਤੇ ਆਪਣਾ ਕੰਮ ਜਿਹੜਾ ਆ ਉਹ ਡਿਊਟੀ ਇਮਾਨਦਾਰੀ ਦੇ ਨਾਲ ਕਰੀਏ, ਤੇ ਤਾਂ ਵੀ ਅਸੀਂ ਜਿਹੜਾ ਉਹ ਪਰਮਾਤਮਾ ਦੀ ਭਗਤੀ ਸਾਡੀ ਨਾਲੋਂ ਨਾਲ ਵੀ ਹੋਈ ਜਾਂਦੀ ਆ। ਤੇ ਸੋ ਜਿਹੜਾ ਹੈਗਾ, ਆਪਾਂ ਜਿਵੇਂ ਆਪਾਂ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਸੋ ਆਪਾਂ ਜਿਉਂ-ਜਿਉਂ ਸਾਡੀ ਮੱਤ ਜਿਹੜੀ ਆ ਉਹ ਜਾਣੇ ਜਿਵੇਂ ਮੈਂ ਕਿਹਾ ਸਭ ਤੋਂ ਭੁੱਲਾਂ ਹੋਈ ਜਾਂਦੀਆਂ, ਤੇ ਉਹ ਆਪਾਂ ਮੱਤ ਨੂੰ ਧੋਣ ਦੇ ਲਈ ਆਪਾਂ ਜਿਹੜਾ ਨਾਮ ਦੇ ਰੰਗ ਦੇ ਨਾਲ ਜੁੜਨਾ, ਤਾਂ ਹੀ ਸਾਡੀ ਮੱਤ ਜਿਹੜੀ ਆ ਨਾਲ ਸਾਫ਼ ਹੋਣੀ, ਸਾਡੇ ਮਨ ਦਾ ਇਸ਼ਨਾਨ ਤਾਂ ਹੀ ਹੋਣਾ। ਤੇ ਮਨ ਦਾ ਇਸ਼ਨਾਨ ਜਿਹੜਾ ਆ ਉਹ ਧਰਮੀ ਬੰਦੇ ਲਈ ਬਹੁਤ ਜ਼ਰੂਰੀ ਆ, ਧਰਮ ਕਮਾਉਣ ਦੇ ਲਈ। ਸੋ ਆਪਾਂ ਜਿਹੜਾ ਸਾਧ ਸੰਗਤ ਜੀ, ਧਰਮੀ ਬੰਦੇ ਲਈ ਪਹਿਲਾਂ ਜ਼ਰੂਰੀ ਆ ਕਿ ਉਹ ਧਰਮੀ ਬਣਨ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣੇ। ਚੰਗਾ ਇਨਸਾਨ ਬਣਨ ਦੇ ਲਈ ਜ਼ਰੂਰੀ ਆ ਕਿ ਉਹ ਚੰਗੇ ਗੁਣ ਆਪਣੇ ਅੰਦਰ ਧਾਰਨ ਕਰੇ, ਜਿਹੜੇ ਸਾਨੂੰ ਗੁਰਬਾਣੀ ਨੇ ਸਾਨੂੰ ਦੱਸੇ ਆ, ਗੁਰੂ ਸਾਹਿਬ ਨੇ ਸਾਨੂੰ ਦਿੱਤੇ ਆ। ਤੇ ਉਹ ਗੁਣਾਂ ਦੀ ਸੇਧ ਸਾਨੂੰ ਗੁਰਬਾਣੀ ਦੇ ਵਿੱਚੋਂ ਬਾਖੂਬੀ ਮਿਲ ਸਕਦੀ ਆ। ਸੋ ਆਪਾਂ ਕੋਸ਼ਿਸ਼ ਕਰੀਏ ਕਿ ਸੱਚੀ ਸੁੱਚੀ ਕਿਰਤ ਕਰੀਏ, ਸਰਬੱਤ ਦਾ ਭਲਾ ਮੰਗੀਏ, ਦੋਈ ਦਵੈਤ ਤੇ ਈਰਖਾ ਤੋਂ ਬਚੀਏ, ਈਰਖਾ ਸਾਡੇ ਤੋਂ ਦੂਰ ਰਹੀਏ, ਕਿਸੇ ਦਾ ਬੁਰਾ ਨਾ ਸੋਚੀਏ, ਸਵੇਰੇ ਸ਼ਾਮ ਉਹਦੀ ਯਾਦ 'ਚ ਜੁੜੀਏ, ਹਰ ਵੇਲੇ ਪਰਮਾਤਮਾ ਨੂੰ ਅੰਗ ਸੰਗ ਸਮਝੀਏ ਕਿ ਰੱਬ ਸਾਨੂੰ ਹਰ ਵੇਲੇ ਦੇਖ ਰਿਹਾ, ਤੇ ਸਾਡੇ ਜਿਹੜੇ ਘਰ ਪਰਿਵਾਰ ਆ ਉਹ ਸਵਰਗ ਬਣ ਜਾਣੇ ਆ। ਸਾਨੂੰ ਹੋਰ ਕਿਸੇ ਸਵਰਗ ਦੀ ਝਾਕ ਫਿਰ ਨਹੀਂ ਰਹਿਣੀ, ਤੇ ਸਾਡੇ ਇੱਥੇ ਹੀ ਅਸੀਂ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਦਾ ਜੀਵਨ ਜਿਹੜਾ ਬਸਰ ਕਰ ਸਕਦੇ ਹਾਂ। ਸੋ ਸਾਧ ਸੰਗਤ ਜੀ, ਗੁਰਬਾਣੀ ਸਾਡੀ ਰੂਹਾਨੀ ਤ੍ਰਿਪਤੀ ਨਹੀਂ ਕਰਦੀ, ਸਗੋਂ ਜ਼ਿੰਦਗੀ ਦੇ ਹਰ ਮਾਰਗ ਤੇ ਸਾਡੀ ਅਗਵਾਈ ਕਰਦੀ, ਹਰ ਪਹਿਲੂ ਤੇ ਸਾਨੂੰ ਪੈਰ ਤੇ ਸਾਨੂੰ ਸੇਧ ਦਿੰਦੀ ਆ। ਤੇ ਸੋ ਆਪਾਂ ਇਹਨੂੰ ਜਿਹੜਾ ਹਮੇਸ਼ਾ ਯਾਦ ਰੱਖਣਾ, ਗੁਰਬਾਣੀ ਦੀ ਸਿੱਖਿਆ ਨੂੰ। ਤੇ
ਆਓ ਆਪਾਂ ਗੁਰੂ ਸਾਹਿਬ ਅੱਗੇ ਸਾਰੇ ਅਰਦਾਸ ਕਰੀਏ ਕਿ ਗੁਰਬਾਣੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਲਈ ਗੁਰੂ ਸਾਹਿਬ ਆਪ ਸਾਡੇ ਸਹਾਈ ਹੋਣ ਤੇ ਅਸੀਂ ਲੋਕ ਸੁਖੀਏ ਫਿਰ ਲੋਕ ਸੁਹੇਲੇ ਬਣ ਜਾਈਏ। ਸਾਧ ਸੰਗਤ ਜੀ, ਬੋਲਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ, ਸੰਗਤ ਬਖਸ਼ਣਹਾਰ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।